सलामकुम सूफी साहब। जी वालेकुम सलाम। भाई जी की हाल चाल जे ठीक ठाक है? जी अल्लाह शुक्र है। की ना है जी आप जनाब दा? मेरा नाम मकसूद भाई जी। अच्छा मैं ना असल च टिकटॉक ते लाइव बैठा सा ते अच्छा अच्छा। ਉਹ ਜਦੋਂ ਫਿਰ ਟਿਕਟੌਕ ਤੇ ਲਾਈਵ ਹੋਈਏ ਤੇ ਉਦੋਂ ਫਿਰ ਉਹ ਕਾਲਾਂ ਦਾ ਪਤਾ ਨਹੀਂ ਚੱਲਦਾ ਕਿ ਕਾਲ ਕੋਈ ਆ ਰਹੀ ਹੈ ਕਿ ਨਹੀਂ। नहीं मैं ना पहली ਜਿਹੜੀ ਕਾਲ ਤੁਹਾਨੂੰ ਕੀਤੀ ਉਹ ਤੇ ਮਾਜ਼ਰਤ ਨਾਲ ਇਧਰ ਬੰਦਾ ਸੁੱਤਾ ਹੁੰਦਾ ਵਾ ਤੇ ਫਿਰ ਠੀਕ ਦੂਈ ਠੀਕ ਕਾਲ ਦੇ ਉੱਤੇ ਤੇ ਜੀ ਤੇ ਫਰਮਾਓ। ਮੈਂ ਹਜੇ ਵੀ ਲਾਈਵ ਹਾਂ ਤੇ ਉਧਰ ਅੱਛਾ ਗੁਫ਼ਤਗੂ ਇੱਕ ਜਗ੍ਹਾ ਹੋ ਰਹੀ ਹੈ ਮੇਰੀ। ਜੀ ਫਰਮਾਓ। ਅੱਛਾ। ਮੈਂ ਕਿਹਾ ਵੀ ਕੀ ਇਹ ਜਾਮਿਆ ਉੱਥੇ ਗੁਜਰਾਂਵਾਲੇ ਵਿੱਚ ਜਾਮਿਆ ਸ਼ੁਰੂ ਕੀਤਾ ਭਾਜੀ? ਜੀ ਹਾਂਜੀ ਹਾਂਜੀ। ਬੜੀ ਗੱਲ ਮੈਂ ਅੱਜ ਸੁਣ ਰਿਹਾ ਸੀ ਤੇ ਤੁਸੀਂ ਉਹ ਆਪਣਾ ਤਿੰਨਾਂ ਚਾਰਾਂ ਬੰਦਿਆਂ ਨੂੰ ਕਲਮਾ ਪੜ੍ਹਾ ਰਿਹਾ ਸੀ ਤੇ ਉਹਦੇ ਬਾਰੇ ਮੈਂ ਸੁਣ ਰਿਹਾ ਸੀ। ਜੀ ਜੀ ਮੈਂ ਐਸਾ ਭਾਈ ਨੇ ਬੜੇ ਆਇਜ਼ਾਨਾ ਤੌਰ ਦੇ ਉੱਤੇ ਰਿਕੁਐਸਟ ਕਰਨੀ ਤੁਹਾਨੂੰ ਨਾਲ ਸੂਫੀ ਸਾਹਿਬ ਜੇ ਤੁਸੀਂ ਮੌਲਾਨਾ ਸਾਹਿਬ ਜੇ ਖੁਦਾ ਤਾਲਾ ਨੇ ਤੁਹਾਨੂੰ ਇਲਮ ਦਿੱਤਾ ਵਾ ਤੇ ਬੜੀ ਮਿਹਰਬਾਨੀ ਤੁਹਾਡੀ। ਯਾਰ ਦੱਸਾਂ ਗੱਲ ਕੀ ਆ, ਤੂੰ ਸਾਡਾ ਭਰਾ ਵਾ ਤੇ ਮੈਨੂੰ ਤੂੰ ਗਾਲਾਂ ਕੱਢ ਲੈ, ਮੈਂ ਕੱਖ ਨਹੀਂ ਕਹਿਣਾ, ਭਾਵੇਂ ਮੇਰੀਆਂ ਧੀਆਂ ਭੈਣ ਦੀਆਂ ਜੋ ਮਰਜੀ ਗਾਲਾਂ ਕੱਢ, ਲੇਕਿਨ ਨਾ ਇੰਨਾ ਜ਼ਲੀਲ ਕਰਿਆ ਕਰ, ਨਾ ਐਵੇਂ ਝੂਠ ਬੋਲਿਆ ਕਰ ਜਮਾਤ ਦੇ ਖਿਲਾਫ, ਕੁਝ ਨਾ ਕਿਹਾ ਕਰ। ਇੱਕ ਮੇਰੀ ਗੱਲ ਸੁਣ ਮਾਜ਼ਰਤ ਦੇ ਨਾਲ, ਮੇਰੀ ਗੱਲ ਸੁਣੀ ਤੇ ਮੈਂ ਤੇਰਾ ਸਾਰਾ ਜਵਾਬ ਸੁਣਾਗਾ। ਵੇਖ ਮੈਂ ਤੈਨੂੰ ਤਰਲੇ ਨਾ ਤੇ ਖੁਦਾ ਵਾਸਤੇ ਅੱਗੇ ਪੀਲਾ ਪਾਪਾ ਗੱਲ ਕਰਦਾ। ਵੇਖ ਇੱਕ ਤੇ ਨੇ ਦੁਨੀਆ ਛੱਡ ਜਾਣੀ ਤੇ ਅੱਗੇ ਜਾ ਕੇ ਹਿਸਾਬ ਹੋਣਾ ਵਾ। ਝੂਠੀ ਸ਼ੋਹਰਤ ਦਾ ਕੀ ਫਾਇਦਾ? ਸਮਝੀ ਗੱਲ? ਕੋਈ ਫਾਇਦਾ ਤੇ ਇਮਾਨਦਾਰ ਦੀ ਗੱਲ, ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਮੈਨੂੰ ਮਰਦੇ ਵਕਤ ਕਲਮਾ ਨਸੀਬ ਨਾ ਹੋਏ, ਮੈਂ ਖੁਦ ਬੈਤ ਕੀਤੀ, ਮੈਂ ਖੁਦ ਬੈਤ ਕੀਤੀ ਏ। ਤੇ ਤੁਸੀਂ ਮੇਰਾ ਵੀਰ ਦੁਆ ਕਰੋ ਕਿ ਅੱਲਾਹ ਤਾਲਾ ਤੁਹਾਨੂੰ ਕੋਈ ਖਾਬ ਦੇ ਦੇ ਜਾਂ ਕੋਈ ਐਸੀ ਗੱਲ ਤੇ ਦੱਸੋ ਜ਼ਰਾ। ਇੱਕ ਗੱਲ ਜੀ ਤੇ ਜੀ ਜੀ ਮੈਂ ਬੜੇ ਪਿਆਰ ਮੁਹੱਬਤ ਨਾਲ, ਕੋਈ ਲੜਾਈ ਨਹੀਂ ਕੋਈ ਕੁਝ ਨਹੀਂ। ਯਾਰ ਲੜਾਈ ਦਾ ਫਾਇਦਾ ਕੀ ਹੈ? ਦੂਰ ਬੈਠੇ ਲੜਾਈ ਦਾ ਫਾਇਦਾ ਕੀ ਹੈ? ਲੜਾਈ ਦਾ ਫਾਇਦਾ ਕੋਈ ਨਹੀਂ ਫਾਇਦਾ। ਅੱਛਾ ਗੱਲ ਹੈ ਵੇ ਕਿ ਮਿਰਜ਼ਾ ਸਾਹਿਬ ਦਾ ਇੱਕ ਮੋਜਜ਼ਾ ਵੇ, ਮਿਰਜ਼ਾ ਸਾਹਿਬ ਦੇ ਮੋਜਜ਼ਾਤ ਨੂੰ ਮੰਨਦੇ ਹੋ ਕਿ ਨਹੀਂ? ਯਾਰ ਅਸੀਂ ਅਲਫ ਤੋਂ ਲਾ ਕੇ ਇਹ ਤੱਕ ਮੰਨਦੇ ਆ। ਮੈਂ ਤੇਰੀ ਮੇਰੀ ਗੱਲ ਅੱਛਾ ਗੱਲ ਤੇ ਸੁਣ ਲਓ ਨਾ। ਜੇ ਤੇ ਮੈਂ ਗੱਲ ਕੀਤੀ ਜੀ 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 ਸਰ ਸਾਰੇ ਉਹਨਾਂ ਦੇ ਮੋਜਜ਼ਾਤ ਨੂੰ, ਉਹ ਉਹਨਾਂ ਨੇ ਇੱਕ ਮੋਜਜ਼ਾ ਆਪਣਾ ਕੋਲ ਪਈ ਜੇ ਰੂਹਾਨੀ ਖਜ਼ਾਨ ਮੇਰੇ ਕੋ ਨਹੀਂ ਪਈ ਆ। ਤੁਸੀਂ ਦੱਸੋ ਤੁਹਾਡੇ ਪੜ੍ਹੀ ਵੀ ਜੇ ਨਹੀਂ ਕਦੀ ਪੜ੍ਹੀ ਜੇ ਕਿ ਨਹੀਂ ਰੂਹਾਨੀ ਖਜ਼ਾਨ? ਯਾਰ ਮੇਰੀ ਗੱਲ ਸੁਣ, ਮੈਂ ਤੇਰੀਆਂ ਵੀਡੀਓ ਤਕਰੀਬਨ ਰੋਜ਼ਾਨਾ ਸੁਣਦਾ ਵਾਂ, ਮੈਂ ਰੂਹਾਨੀ ਕਿ ਕਦੀ ਸੁਣੀ ਜੇ ਕਿ ਨਹੀਂ ਪੜ੍ਹੀ ਭਾਈ, ਬਿਲਕੁਲ ਨਹੀਂ ਪੜ੍ਹੀ। ਤੇ ਨਾ ਝੂਠ ਕਿਉਂ ਬੋਲਣਾ, ਬਿਲਕੁਲ ਨਹੀਂ ਪੜ੍ਹੀ। ਹਜ਼ਰਤ ਮਸੀਹ ਮੌਲਾ ਇਸਲਾਮ ਦੀ ਤੂੰ ਮੇਰੀ ਕਿਹੜੀ ਸਿਰ ਤੇ ਤਲਵਾਰ ਰੱਖੀ? ਮੈਂ ਏਡਾ ਇੱਕ ਨਲਾਇਕ ਆਦਮੀ ਆ, ਮੈਂ ਇੱਕ ਕਿਤਾਬ ਵੀ ਨਹੀਂ ਪੜ੍ਹੀ, ਮੈਂ ਇੱਕ ਕਿਤਾਬ ਵੀ ਨਹੀਂ ਪੜ੍ਹੀ। ਸਮਝ ਲਓ ਮੈਂ ਤੇ ਮੈਂ ਕਿਉਂ ਝੂਠ ਬੋਲ? ਸੁਣ ਲਓ ਗੱਲ ਸੁਣ ਲਓਗੇ ਤੇ ਫੇਰ ਹੀ ਹੈ ਨਾ ਗੱਲ। ਜੀ ਜੀ ਸਰ ਸੁਣ ਵੀ ਲਈਦੀ ਹੁੰਦੀ ਹੈ। ਜੀ 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 ਜੇ ਤੁਸੀਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਨਹੀਂ ਨਾ ਪੜ੍ਹੀਆਂ ਤੇ ਇਧਰ ਆਪਣਾ ਹਿਸਾਬ ਕਿਤਾਬ ਖੁਦ ਲਾ ਲਿਆ ਜੇ। ਮੈਂ ਤੁਹਾਨੂੰ ਇਹਦੇ ਮਤਲਬ ਯਾਰ ਮੈਂ ਗੱਲ ਅਜੇ ਕਰ ਰਿਹਾ ਵਿੱਚ ਫੇਰ ਟੋਕਦੇ ਹੋ। ਜੀ 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 ਸਰ ਜੀ ਮੁਹਤਰਮ ਜੀ ਚੁਰ ਸਾਹਿਬ, ਅੱਲਾਹ ਤਾਲਾ ਖੁਸ਼ ਰੱਖੇ। सीरतुल महदी जिल्द अव्वल ते सफ़ा 365 के उत्ते लिखिया वे, जो शख्स हमारी किताबों को कम से कम 3 दफा नहीं पढ़ता उसमें एक किस्म का किबर पाया जाता है। बिल्कुल ठीक है, बहुत अच्छा। फिर सीरतुल महदी सफ़ा 78 और रवायत नंबर 407 च लिखे, हजरत साहब ने फरमाया करते थे कि हमारी जमात के आदमियों को चाहिए कि कम से कम 3 दफा हमारी किताबों का मुताला करें, और फरमाते थे जो हमारी कुतुब का मुताला नहीं करता उसके ईमान के मुतल्लक मुझे शुबा है। बिल्कुल ठीक। आप तो अभी फिर मोमन ही नहीं है, ईमानदार ही नहीं है, आपके ईमान के अंदर शक है आपके मिर्जा साहब के। मेरी हुण गल सुनेगा एक मिनट वास्ते? जी जी
ਇਹ ਸ਼ਾਇਦ ਤੇਰੇ ਬੱਚੇ ਜੀਣ ਯਾਰ, ਤੂੰ ਬੜੇ ਨਾ ਹੌਸਲੇ ਨਾਲ ਗੱਲ, ਜਦੋਂ ਯਾਰ ਬੰਦਾ ਇੱਕ ਦੂਸਰੇ ਨੂੰ ਗਾਲੀ ਗਲੋਚ ਤੇ ਆ ਜਾਂਦਾ ਨਾ, ਮੈਂ ਤੇਰੀਆਂ ਵੀਡੀਓ ਸੁਣੀਆਂ ਵਾ, ਤੇਰਾ ਸਾਨੂੰ ਜ਼ਾਤੀ ਨਫ਼ਰਤ ਨਹੀਂ, ਮੈਨੂੰ ਮੈਂ ਇੱਥੇ ਤੈਨੂੰ ਪਤਾ ਜਰਮਨੀ ਦੇ ਵਿੱਚ ਟਾਈਮ ਨਹੀਂ ਲੱਗਦਾ ਹੈਗਾ, ਜੋ ਮੈਂ ਤੇਰੀ ਵੀਡੀਓ ਸੁਣਦਾ ਨਾ ਮੈਂ ਕਹਿੰਦਾ ਕਿ ਯਾਰ ਅੱਲਾਹ ਤਾਲਾ ਨੇ ਕਿੰਨਾ ਇਸ ਬੰਦੇ ਨੂੰ ਇਲਮ ਦਿੱਤਾ ਵਾ, ਤੇ ਆਲਮੇ ਦੀਨ ਆ, ਮਿੰਟ ਮਿੰਟ ਤੇ ਗਾਲਾਂ, ਕਦੀ ਮਕਤ ਚੋਂ ਖੂਨ, ਕਦੀ ਉਹ ਕੱਲ ਤੂੰ ਇੱਕ ਔਰਤ ਦੇ ਨਾਲ ਫੋਨ ਤੇ ਲੱਗਾ ਸੀ। ਮੈਂ ਦੱਸਾਂ ਹਰ ਬੰਦੇ ਨੂੰ ਅੱਲਾਹ ਤਾਲਾ ਨੇ ਅਕਲ ਦਿੱਤੀ ਏ। ਇੱਥੇ ਜਿਹੜੇ ਦੋ ਮੈਂ ਤੇ ਉਹਦਾ ਜਵਾਬ ਦੇਣਾ, ਪਹਿਲੇ ਮੈਂ ਸਵਾਲ ਕਿੱਧਰ ਛਿੜ ਪਿਆ, ਮੈਂ ਤੈਨੂੰ ਉਹਦਾ ਜਵਾਬ ਦੇਣਾ ਵਾ। ਚੌਧਰੀ ਸਾਹਿਬ ਇਸ ਚੀਜ਼ ਦਾ ਤੈਨੂੰ ਬੜਾ ਬਖੂਬੀ ਪਤਾ ਵਾ ਕਿ ਇਹ ਕਲਮਾ ਵੀ ਪੜ੍ਹਦੇ ਨੇ। ਤੁਹਾਡੀ ਬਕੌਲ ਮੈਂ ਵੀਡੀਓ ਸੁਣਿਆ ਵਾ, ਤੁਹਾਡਾ ਹੀ ਬਕੌਲ ਸੁਣਿਆ ਵਾ, ਕਲਮਾ ਵੀ ਉਹ ਸਰ ਦਿਨਾ ਮੇਰੇ ਪਿਆਰੇ ਮੁਹਤਰਮ ਭਾਈ ਦਿਨਾ, ਹੁਣ ਲੜ ਕੇ ਫੋਨ ਨਾ ਬੰਦ ਕਰਦੀ, ਤੈਨੂੰ ਰੱਬ ਜਜ਼ਾ ਦੇਵੇ, ਮੈਂ ਦਿਨਾ। ਤੂੰ ਖੁਦ ਹੀ ਕਿਹਾ ਕਲਮਾ ਵੀ ਉਹ ਪੜ੍ਹਦੇ ਨੇ, ਉਹ ਕੁਰਾਨ ਤੇ ਵੀ ਅਮਾਨ ਲਿਆਉਂਦੇ। ਬਾਅਦ ਚੋਂ ਕਰਨੇ ਆ, ਪਹਿਲੇ 3 ਦਫਾ ਕਿਤਾਬਾਂ ਦਾ ਦੱਸ ਦਿਓ। ਮੈਂ ਦੱਸਣ ਲੱਗਾ, ਮੈਂ ਤੈਨੂੰ ਸਾਫ਼ ਨਹੀਂ ਦੱਸਣ ਲੱਗਾ, ਸਾਫ਼ ਦੱਸਣ ਲੱਗਾ ਸਰ। ਸਾਫ਼ ਤਨਕੀਦੀ ਸਵਾਲ ਨਾ ਕਰਿਆ ਕਰ, ਜਿਹੜੇ ਜਾਇਜ਼ ਗੱਲਾਂ ਉਹ ਕਰਿਆ ਕਰ। ਕਈ ਐਸੇ ਨਲਾਇਕ ਮੁਸਲਮਾਨ ਨੇ, ਅੱਲਾਹ ਤਾਲਾ ਉਹਨਾਂ ਦੇ ਹਾਲ ਤੇ ਵੀ ਰਹਿਮ ਕਰੇ। ਮੈਂ ਵੀ ਮੁਸਲਮਾਨ ਅੱਲਾਹ ਤਾਲਾ ਦੇ ਫਜ਼ਲ ਦੇ, ਉਹ ਕੁਰਾਨ ਸ਼ਰੀਫ ਵੀ ਨਹੀਂ ਪੜ੍ਹੇ। ਕਿਆ ਆਇਆ ਕਿ ਉਹ ਮੁਸਲਮਾਨ ਕੌਣ ਦੇ ਹੱਕਦਾਰ ਨਹੀਂ? ਮੈਂ ਤੇ ਨਲਾਇਕ ਅਹਿਮਦੀ ਆ। ਮੈਂ ਤੈਨੂੰ ਕੁਰਾਨ ਦੀ ਗੱਲ ਨਹੀਂ, ਮਿਰਜ਼ਾ ਸਾਹਿਬ ਨੇ ਕਿਹਾ ਮੇਰੀਆਂ ਕਿਤਾਬਾਂ ਜਿੰਨੇ 3 ਦਫਾ ਨਹੀਂ ਨਾ ਪੜੀਆਂ ਉਹਦੇ ਈਮਾਨ ਚ ਸ਼ੁਬਾ ਹੈ। ਯਾਰ ਮੇਰੀ ਗੱਲ ਸੁਣ, ਤੇ ਜਿੰਨੇ ਕੁਰਾਨ ਵੀ ਨਹੀਂ ਪੜਿਆ, ਨਬੀ ਪਾਕ ਸੱਲਮ ਵੱਡੇ ਨੇ ਕਿ ਮਿਰਜ਼ਾ ਸਾਹਿਬ ਵੱਡੇ ਨੇ? ਯਾਰ ਇੰਜ ਨਾ ਕਰਿਆ ਕਰ, ਮੈਂ ਤੇਰੀਆਂ 500 ਵੀਡੀਓ ਸੁਣੀ, 500। ਚਲੋ ਤੁਸੀਂ ਮੈਨੂੰ ਲੱਗਦਾ ਨਹੀਂ ਕੋਈ ਨਹੀਂ ਜਵਾਬ ਦੇਣਾ, ਤੇ ਚਲੋ ਸੁਣ ਲਵੋ। ਅੱਛਾ ਯਾਰ ਜਵਾਬ ਕਿਉਂ ਨਹੀਂ ਦੇਣਾ? ਜਵਾਬ ਤੈਨੂੰ ਦੇ ਦਿੱਤਾ, ਨਹੀਂ ਜਵਾਬ ਦੇਣਾ, ਸੁਣ ਤੇ ਲਵੋ। ਉਹ ਯਾਰ ਗੱਲ ਸੁਣ, ਮੇਰੀ ਗੱਲ ਸੁਣ, ਇੰਜ ਨਾ, ਮੈਂ ਸਿਰਫ ਤੈਨੂੰ ਇਹ ਗੱਲ ਕਹਿਣ ਲੱਗਾ ਮੇਰੇ ਮੋਹਸਨ ਭਾਈ, ਅੱਲਾਹ ਤਾਲਾ ਤੇਰੇ ਰਿਜ਼ਕ ਚ ਬਰਕਤ ਪਾਵੇ। ਸਿਰਫ ਇਹ ਕਹਿਣ ਲੱਗਾ ਕਿ ਗਾਲਾਂ ਨਾ ਕੱਢਿਆ, ਸਿਰਫ ਇਹ ਗੱਲ ਗਾਲਾਂ ਨਾ ਕੱਢਿਆ ਕਰ। ਤੁਹਾਡੀ ਗਾਲਾਂ ਨਹੀਂ ਮੈਂ ਕੱਢਦਾ ਯਾਰ, ਸੁਣ ਤੇ ਲਵੋ। ਵੇਖੋ ਗੱਲ ਸੁਣੋ, ਮੈਂ ਤੁਹਾਨੂੰ ਕਿਹਾ ਵੇ ਕਿ ਤੁਸੀਂ ਵਲਦੁਲ ਹਰਾਮ ਹੋ ਨਹੀਂ, ਤੇ ਫੇਰ ਤੁਸੀਂ ਮੈਨੂੰ ਕਿੰਜ ਕਹਿ ਛੱਡਿਆ ਕਿ ਤੂੰ ਗਾਲਾਂ ਨਾ ਕੱਢਿਆ ਕਰ? ਇਹੋ ਹੀ ਤੇਰੇ ਬਾਰ-ਬਾਰ ਸਵਾਲ ਹੁੰਦੇ ਨੇ। ਮੇਰੀ ਗੱਲ ਸੁਣ, ਮੈਂ ਵੇਖ ਤੂੰ ਗੱਲ ਕਰ ਲਈ ਹੈ ਬਈ। ਵੇਖੋ ਮੈਂ ਤੁਹਾਨੂੰ ਵਲਦੁਲ ਹਰਾਮ ਕਹਿੰਦਾ ਤੇ ਇਹ ਗਾਲੀ ਹੈ ਕਿ ਨਹੀਂ? ਸਰ ਗੱਲ ਕਰ ਲਈ ਹੈ, ਇਹ ਗਾਲੀ ਹੈ ਕਿ ਨਹੀਂ? ਮੈਂ ਕਹਿੰਦਾ ਗਾਲੀ ਹੈ, 500 ਵਾਰੀ ਗਾਲੀ ਹੈ। ਮੇਰੀ ਅਰਜ਼ ਤੇ ਸੁਣ, ਬਸ ਸੁਣ ਲਈਏ। ਅੱਛਾ ਹੁਣ ਜਵਾਬ ਦਵਾਂ, ਉਹ ਮੇਰਾ ਵੀ ਸੁਣ ਵੀ ਚਲੋ, 1 ਮਿੰਟ ਸੁਣੋ। ਅੱਛਾ ਗੱਲ ਤੇ ਸੁਣੋ। ਇਹ ਵੇਖੋ रूहानी खज़ैन जिल्द 9 ते सफ़ा 31 ਦੇ ਉੱਤੇ मिर्जा साहब गालां कढ़दे जे पे कि हमारी फतह का कायल नहीं होगा तो साफ समझा जाएगा कि इसको वलदुल हराम बनने का शौक है और हलाल ज़्यादा नहीं। हुण ए दसो कि मिर्जा साहब कढ़दे पे कि मौलवी मुबशर शाह कढ़दा है पिया? ਮੈਂ ਤੈਨੂੰ ਸਰਕਾਰ ਨਾ ਪੁਰਾਣੀਆਂ ਗੱਲਾਂ ਕਰ। ਇੱਕ ਅਹਿਮਦੀ ਨੂੰ ਖੁਦਾ ਤਾਲਾ ਨੇ ਐਡੀ ਸ਼ਾਨ ਦਿੱਤੀ, ਤੇਰੀ ਮਿਹਰਬਾਨੀ ਖੁਦਾ ਵਾਸਤੇ ਵਾਲੀ ਗੱਲ ਆ, ਬੰਦ ਨਾ ਕਰੀ। ਤੇਰੇ ਰੱਬ ਬੱਚਿਆਂ 'ਚ ਬਰਕਤ ਪਾਵੇ ਔਰ ਤੇਰਾ ਰਿਜ਼ਕ ਦੇਵੇ। ਮੈਨੂੰ ਇਹ ਦੱਸ, ਅਗਰ ਤੂੰ ਮੈਨੂੰ ਗਾਲ ਕੱਢੀ ਫਰਜ਼ ਕੀਤਾ ਤੇ ਮੈਂ ਤੈਨੂੰ ਕਿਹੜੇ ਅੱਗੋਂ ਫੁੱਲਾਂ ਦੇ ਹਾਰ ਪਾਉਣੇ ਆ ਜਾਂ ਤੇ ਦਰੂਸ਼ੀ ਪੜਨਾ? ਮੇਰੇ ਮੋਹਸਨ ਭਾਈ ਮੰਮੀ ਤੇ ਅੱਗੋਂ ਤੈਨੂੰ ਗਾਲ ਹੀ ਕੱਢਣੀ ਹੈ ਨਾ। ਇਸੇ ਤਰੀਕੇ ਮਿਰਜ਼ਾ ਸਾਹਿਬ ਨੂੰ ਜਦੋਂ ਗਾਲਾਂ ਦੇ ਭਰੇ ਖਾਤਮਦੇ ਸੀ, ਸਮਝ ਗਈ ਗੱਲ ਦੀ? ਆਪ ਤੇ ਤੁਰਲੇ ਬੋਲੇ ਜਾਂਦੇ ਸੀ, ਤਰ੍ਹਾਂ ਦੇ ਇਲਜ਼ਾਮ ਲੱਗਦੇ ਸੀ ਜਿਹੜੇ ਨਾਜ਼ੇਬਾ ਇਲਜ਼ਾਮ ਨੇ, ਸਮਝ ਗਈ ਗੱਲ ਦੀ? ਤੇ ਉਹਦੇ ਮੁਤਬਾਦਲ ਯਾਰ ਮੈਨੂੰ ਇਹ ਦੱਸ, ਉਹ ਕੀ ਕਹਿੰਦੇ? ਇੰਨਾ ਨੈਟ ਭਰਿਆ ਪਿਆ, ਮੈਂ ਤੇਰੀ ਗੱਲ ਸਾਰੀ ਸੁਣਦਾ ਵਾਂ। ਅੱਜ ਨਾ ਮੈਂ ਪਹਿਲੇ ਤੁਹਾਡੀ ਤਾਰੀਫ ਕਰਾਂਗਾ, ਮੈਂ ਤੁਹਾਡੀ ਤਾਰੀਫ ਕਰਾਂਗਾ। ਮਕਸੂਦ ਨਾ ਹੈ ਤੁਹਾਡਾ? ਜੀ ਸਰ। ਮਕਸੂਦ ਭਾਈ ਤੁਹਾਡੀ ਪਹਿਲੇ ਤੇ ਤਾਰੀਫ ਕਰਾਂਗਾ ਕਿ ਤੁਸੀਂ ਸੱਚ ਬੋਲੇ ਹੈ, ਤੇ ਮੈਂ ਜੀ ਤੁਹਾਨੂੰ ਸ਼ਾਬਾਸ਼ ਦੇਣਾ ਵਾਂ ਤੇ ਬੜਾ ਸ਼ੁਕਰੀਆ ਤੁਹਾਡਾ ਅਦਾ ਕਰਨਾ ਵਾਂ ਕਿ ਮਕਸੂਦ ਭਾਈ ਨੇ ਅੱਜ ਸੱਚ ਬੋਲ ਦਿੱਤਾ ਹੈ ਕਿ ਮਿਰਜ਼ਾ ਸਾਹਿਬ ਨੂੰ ਲੋਕੀ ਗਾਲਾਂ ਕੱਢਦੇ ਸਨ ਤੇ ਫਿਰ ਮਿਰਜ਼ਾ ਸਾਹਿਬ ਵੀ ਇਨਸਾਨ ਸਨ ਤੇ ਉਹ ਵੀ ਫਿਰ ਅੱਗੋਂ ਗਾਲਾਂ ਕੱਢਦੇ ਹੁੰਦੇ ਸਨ। ਤੇ ਇਹੋ ਹਾਂਜੀ ਜੀ ਗੱਲ ਮਿਰਜ਼ਾ ਸਾਹਿਬ ਨੇ ਲਿਖੀ ਹੈ ਵੈਸੇ रूहानी खज़ैन जिल्द 14 सफ़ा 80 ਦੇ ਉੱਤੇ, ਔਰ ਅਰਬੀ ਚ ਕਹਿੰਦੇ ਨੇ ਕਿ ਵਾਇਨਾਮਾ ਨਰੁੱਦੁ ਸੱਬਾ ਸਾਬੀਨ ਅਲਾ ਵਜੂਹਿਹਿਮ ਜਜ਼ਾਅਨ ਲਿਲ ਮੁਫਤਾਰੀਆਤ। ਉਹ ਆਂਦੇ ਨੇ ਕਿ ਇਹ ਲੋਕੀ ਕਿਉਂਕਿ ਮੈਨੂੰ ਗਾਲਾਂ ਕੱਢਦੇ ਨੇ, ਇਸ ਵਾਸਤੇ ਮੈਂ ਇਹਨਾਂ ਨੂੰ ਗਾਲਾਂ ਕੱਢਣਾ ਵਾ। ਇਹੋ ਹੀ ਗੱਲ ਮੇਰੇ ਪਿਆਰੇ
ਮੇਰੇ ਪਿਆਰੇ ਭਾਈ ਮੋਹਸਨ ਮੇਰੀ ਜਾਨ ਹੈ, ਮੈਂ ਤੈਨੂੰ ਦੱਸਿਆ ਕਿ ਤੂੰ ਜੋ ਕਹੀ ਆਉਣਾ ਮੈਂ ਤੈਨੂੰ ਅਕਲੀ ਦਲਾਲ ਦੇਣਾ। ਅਕਲੀ ਮੈਂ ਇੱਕ ਕਿਤਾਬ ਨਹੀਂ ਪੜ੍ਹੀ, ਇੱਕ ਮੈਂ ਤੈਨੂੰ ਕਹਿੰਦਾ ਵਾ ਫਲਾਂ ਪੜਿਆ ਫਲਾਂ। ਯਾਰ ਮੈਨੂੰ ਮੈਂ ਪਰ ਪਿਆਰੇ ਭਾਈ ਮੈਨੂੰ ਸ਼ੱਕ ਤੁਸੀਂ ਨਹੀਂ ਕੱਢ ਸਕਦੇ। ਸ਼ੱਕ ਕੱਢ ਸਕਦਾ ਖੁਦਾ ਕੱਢਦੇ ਨੇ ਪਏ। ਮਿਰਜ਼ਾ ਸਾਹਿਬ ਖੁਦਾ ਤਾਲਾ ਦੀ ਜ਼ਾਤ ਖੁਦਾ। ਦੇਖੋ ਮੈਂ ਤੈਨੂੰ ਉਹਦੀ ਮੇਰੀਆਂ ਕਿਤਾਬਾਂ 3 ਵਾਰੀ ਨਹੀਂ ਪੜ੍ਹੀਆਂ, ਉਹਦੇ ਈਮਾਨ 'ਚ ਮੈਨੂੰ ਸ਼ੱਕ ਹੈ। ਚੌਧਰੀ ਸਾਹਿਬ ਅੱਲਾ ਤੇ ਮੈਂ ਤੈਨੂੰ ਇੱਕ ਮੋਟੀ ਮਿਸਾਲ ਦੇਤੀ ਹੈ। ਕਈ ਮੇਰੇ ਵਰਗੇ ਨਲਾਇਕ ਇਹ ਨੇ ਕਿ ਜਿਨ੍ਹਾਂ ਨੇ ਕੁਰਾਨ ਸ਼ਰੀਫ ਵੀ ਮੁਕੰਮਲ ਨਹੀਂ ਪੜ੍ਹਿਆ। ਸੋਹਣੇ ਭਰਾ ਮੈਨੂੰ ਹੋਰ ਸੁਣ ਲਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨਬੀਆਂ ਦੇ ਸਰਦਾਰ ਹੈ, ਸਮਝੇ ਗੱਲ ਦੀ, ਖਾਤਮੁਲ ਨਬੀਨ ਹੈ, ਸਮਝੇ। ਮੈਨੂੰ ਭਾਈ ਸਹੀ ਕੁਰਾਨ ਵੀ ਨਹੀਂ ਆਉਂਦਾ। ਅੱਛਾ ਗੱਲ ਮੈਨੂੰ 6 ਕਲਮੇ ਨਹੀਂ ਆਉਂਦੇ, ਮੈਨੂੰ ਪਹਿਲਾ ਕਲਮਾ ਆਉਂਦਾ। ਬੜੀ ਥੋੜੀ ਸੋਹਣੀ ਜੀ ਗੱਲ ਕਰਨ ਲੱਗਾ ਮੈਂ ਬਰਾਦਰਾਨਾ ਤੁਹਾਡੇ ਨਾਲ। ਜੀ ਅੱਲਾ ਖੁਸ਼ ਰੱਖੇ। ਗੱਲ ਸੁਣੋ, ਤੁਸੀਂ ਮਿਰਜ਼ਾ ਸਾਹਿਬ ਨੂੰ ਇੱਕ ਸਵਾਲ ਕਰਾਂਗਾ, ਉਹਦਾ ਟੂ ਦੀ ਪੁਆਇੰਟ ਜਵਾਬ ਦਿਆ ਜੇ। ਯਾਰ ਟੂ ਦੀ ਮੈਂ ਦੇਣਾ ਹੀ ਉਹ ਮੈਂ ਖਾਬ ਨਾ ਅਹਿਮਦੀ ਹੋਇਆ, ਤੈਨੂੰ ਦੇਣਾ ਹੀ ਝਟਕਾ ਵਾ। ਤੈਨੂੰ ਖਾਬ ਝਟਕਾ। ਤੁਸੀਂ ਮਿਰਜ਼ਾ ਸਾਹਿਬ ਨੂੰ ਕੀ ਸਮਝਦੇ ਹੋ? ਮਿਰਜ਼ਾ ਸਾਹਿਬ ਆਂਦੇ ਨੇ ਕਿ ਮੈਂ ਉਹਨਾਂ ਦੇ ਬੜੇ ਹੀ ਦਾਵਾਜਾਤ ਨੇ। ਬਿਲਕੁਲ ਤੇਰੀ ਗੱਲ ਠੀਕ, ਬਿਲਕੁਲ ਤੇਰੀ। ਕੀ ਸਮਝਦੇ ਹੋ? ਬਸ ਟੂ ਦੀ ਪੁਆਇੰਟ ਜਵਾਬ ਦਿਓ। ਵੈਰੀ ਗੁੱਡ। ਇਹ ਜਟਕਾ ਸਵਾਲ ਹੈ ਮੇਰਾ, ਜਟਕਾ ਜਵਾਬ ਆ, ਜਟਕਾ ਸਮਝ। ਔਰ ਖੁਦਾ ਦੀ ਕਸਮ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਮੈਂ ਕਲਮਾ ਭਰ ਕੇ ਕਹਿਣ ਦੇ ਮੈਨੂੰ ਕੋਈ ਦੁਨੀਆ ਦੀਨ ਦੀ ਨਿਮਤ ਨਸੀਬ ਨਾ ਹੋਵੇ ਮੇਰਾ ਸਕਾ ਭਰਾ ਅਹਿਮਦੀ ਨਹੀਂ ਹੈਗਾ। ਮੇਰਾ ਸਕਾ ਭਰਾ ਨਹੀਂ ਅਹਿਮਦੀ ਹੈਗਾ, ਸਕਾ ਭਰਾ। ਔਰ ਮੇਰੀ ਇੰਨੀ ਮੁਖਾਲਫਤ ਹੋਈ ਹੈ, ਇੰਨੀ ਮੁਖਾਲਫਤ ਹੋਈ ਕਿ ਬੱਚਿਆਂ ਨੇ ਵੀ ਛੱਡ ਦਿੱਤਾ ਸੀ ਮਿਰਜ਼ਾ ਸਾਹਿਬ ਨੂੰ। ਯਾਰ ਭਾਈ ਇੱਥੇ ਵੈਰੀ ਗੁੱਡ ਚੌਰੀ ਮਸ਼ਰਫ, ਇਹੋ ਹੀ ਤੇ ਸੱਚਾਈ ਦੀ ਅਲਾਮਤ। ਝੂਠ ਤੂੰ ਵੈਰੀ ਗੁੱਡ ਸਮਝ। ਤੂੰ ਝੂਠ ਬੋਲ, ਤੇਰਾ ਮੈਂ ਕਲਮਾ ਭਰ ਕੇ ਕਹਿਣ ਦਿਆਂ ਕਿ ਮੈਨੂੰ ਦੁਨੀਆ ਦੀ, ਵੇਖੋ ਮੈਂ ਇੱਥੇ ਆਇਆ ਵਾਂ, ਰਿਜ਼ਕ ਕਮਾਉਣ ਆਇਆ ਵਾਂ, ਕੁੜੀ ਮੈਂ ਲੈਟਰੀਨਾਂ ਵੀ ਸਾਫ਼ ਕੀਤੀਆਂ। ਤੈਨੂੰ ਪਤਾ ਤੂੰ ਯੂਰਪ ਦੇ ਲੋਕਾਂ ਨਾਲ ਕਈਆਂ ਨਾਲ ਦਾ ਰਾਬਤਾ ਰਹਿੰਦਾ। ਮੈਂ ਕਿੱਡੀ ਵੱਡੀ ਕਸਮ ਪਤਾ ਵੇ ਕਿ ਆਹਮਦੀ ਬੜੀ ਮੁਸ਼ੱਕਤ ਕਰਦੇ ਨੇ, ਉੱਥੇ ਲੈਟਰੀਨਾਂ ਸਾਫ਼ ਕਰਦੇ ਨੇ, ਮੈਨੂੰ ਪਤਾ ਹੈ। ਅੱਛਾ ਮੇਰੇ ਸਵਾਲ ਦਾ ਜਵਾਬ ਨਹੀਂ ਤੁਸੀਂ ਦਿੱਤਾ, ਵੇਖ ਲਓ ਫਿਰ। ਮੈਂ ਦਿੰਦਾ ਬਸ ਗੱਲ ਯਾਰ ਜ਼ਿਮਨੀ ਵਿੱਚ ਛਿੜ ਪੈਂਦੀ। ਮੈਂ ਮੰਨਦਾ ਵਾਂ ਜਨਾਬੇ ਜੀ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਮਸੀਹੇ ਮੌਤ, ਉਹ ਜਿਹੜਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ ਕਿ ਓਏ ਹੁਣ ਤੈਨੂੰ ਮੈਂ ਯਾਰ ਚੌਰੀ ਹੋਤੇ ਗੱਲ। ਓਏ ਹੁਣ ਤੇ ਮੌਲਵੀ ਡਿਬੇਟ ਕਰਦੇ ਨੇ, ਮੌਲਵੀ ਤੁਹਾਡੇ ਕਿ ਈਸਾ ਅਲੈਹਿਸਲਾਮ ਫੌਤ ਹੋ ਗਏ ਨੇ, ਮਰ ਗਿਆ, ਛੱਡੋ ਦੀ ਜਾਨ। ਈਸਾ ਅਲੈਹਿਸਲਾਮ ਦਾ ਅੱਲਾ ਦੇ ਨਬੀ ਨੇ ਫਰਮਾਇਆ ਸੀ ਨਾ। ਹਾਂਜੀ ਅੱਛਾ ਠੀਕ ਹੈ, ਤੁਸੀਂ ਉਹ ਮੰਨਦੇ ਹੋ ਮਿਰਜ਼ਾ ਸਾਹਿਬ ਨੂੰ? ਮੈਂ ਮਸੀਹੇ ਮੌਦ ਮੰਨਦਾ, ਇਮਾਮ ਮਹਿਦੀ ਮੰਨਦਾ, ਉਸ ਵਕਤ ਦਾ ਮੁਜੱਦਦ ਮੰਨਦਾ ਵਾ। ਉਹ ਯਾਰ ਚਲੋ ਠੀਕ ਹੈ, ਮੈਨੂੰ ਜਵਾਬ ਮਿਲ ਗਿਆ। ਯਾਰ ਏਡੇ ਲੰਬੇ। ਅੱਛਾ ਬਸ ਮੈਂ ਪੁੱਛਣਾ ਆਇਆ ਸੀ ਕਿ ਕਿਆ ਕਿਸੇ ਕੁਰਾਨ ਦੀ ਆਇਤ ਜਾਂ ਹਦੀਸ ਦੇ ਵਿੱਚ ਹੈ ਵੇ ਕਿ ਜਿਹੜਾ ਮਸੀਹ ਮਊਦ ਹੋਏਗਾ ਤੇ ਉਹ ਗਾਲਾਂ ਕੱਢੇਗਾ ਲੋਕਾਂ ਨੂੰ? ਯਾਰ ਮੇਰੀ ਗੱਲ ਸੁਣ, ਨਹੀਂ ਮੈਂ ਜੋ ਪੜ੍ਹੀ ਨਹੀਂ ਹੈ ਹਦੀਸ, ਲੇਕਿਨ ਮੈਂ ਤੈਨੂੰ ਇਹਦਾ ਝਟਕਾ ਮਿਸਾਲ ਹੀ ਦਿੱਤੀ ਹੈ। ਮੈਂ ਕੋਈ ਹਦੀਸ ਨਹੀਂ ਪੜ੍ਹੀ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਮੈਨੂੰ ਬਹੁਤੇ ਮਤਾਲਿਆ ਤੂੰ ਕੀਤੇ, ਯਾਨੀ ਮੈਂ ਤੈਨੂੰ ਦੱਸਾਂ ਕਿ ਮੈਂ ਤੇਰੀ ਦੂਸਰੇ ਤੀਸਰੇ ਵੀਡੀਓ ਸੁਣਦਾ। ਮੈਂ ਤੈਨੂੰ ਝਟਕਾ ਸਵਾਲ ਦਿੱਤਾ ਵਾ ਕਿ ਅਗਰ ਤੂੰ ਮੈਨੂੰ ਗਾਲਾਂ ਕੱਢੇ, ਇੱਕ ਮਿਸਾਲ ਮੈਂ ਤੇਰਾ ਪਹਿਲੇ ਤੇਰੇ ਕੇ ਖੁਦਾ ਵਾਸਤੇ ਅਪੀਲ ਪਾਈ ਆ, ਸਦਕਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਮੈਨੂੰ ਗਾਲ ਨਾ ਕੱਢੀ, ਨਾ ਮੈਂ ਤੈਨੂੰ ਕੱਢਣੀ ਗਾਲ, ਸਮਝੇ। ਜੇ ਤੂੰ ਮੈਨੂੰ ਗਾਲ ਕੱਢੇ ਤੇ ਮੈਂ ਤੈਨੂੰ ਦੱਸਿਆ ਮੈਂ ਤੈਨੂੰ ਨਾ ਫੁੱਲਾਂ ਦੇ ਹਾਰ ਪਾਉਣੇ, ਨਾ ਤੇ ਦਰੂਸ਼ੀ ਪੜਨਾ, ਮੇਰੀ ਵੀ ਜ਼ਬਾਨ ਗੰਦੀ ਕਰਨਾ, ਮੈਂ ਕੋ ਗਾਲਾਂ ਕੱਢਣੀਆਂ ਤੇ ਫੋਨ ਬੰਦ ਹੋ ਜਾਣਾ। ਅੱਛਾ ਗੱਲ ਹੈ ਵੇ ਕਿ ਆਮ ਮੁਸਲਮਾਨ ਵਾਸਤੇ ਅੱਲਾਹ ਪਾਕ ਨੇ ਹੁਕਮ ਫਰਮਾਇਆ ਸੂਰਾ ਅਲ ਅਨਾਮ ਤੇ ਆਇਤ 108 ਮੁਸਲਮਾਨਾਂ ਦੀ ਤੇ ਤੁਹਾਡੀ 109 ਹੈ। ਤੇ अल्लाह पाक फरमाता है कि और इन्हें गाली ना दो जिनको वो अल्लाह के सिवा पूजते हैं कि वो अल्लाह की शान में बेअदबी करेंगे ज्यादती और जहालत से। आम इंसान वास्ते हुक्म है कि गाला नहीं दवो। ते मतलब तुसी नहीं समझदे कि नबी ते जेड़ा हुंदा वे ਉਹ ਤੇ ਕੌਮ ਤੋਂ ਬਹੁਤ ਜ਼ਿਆਦਾ ਸਾਫ ਸੁਥਰਾ ਹੁੰਦਾ ਹੈ, ਗੁਨਾਹਾਂ ਤੋਂ ਮਹਿਫੂਜ਼ ਹੁੰਦਾ ਹੈ। ਤੇ ਮਿਰਜ਼ਾ ਸਾਹਿਬ ਜਿਹੜੇ ਨੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਮਸੀਹ ਮਊਦ ਮੰਨਦੇ ਹੋ ਪਏ, ਉਹ ਲੋਕਾਂ ਨੂੰ ਗਾਲਾਂ ਕੱਢਦੇ ਨੇ ਪਏ। ਤੁਸੀਂ ਨਹੀਂ ਸਮਝਦੇ ਕਿ ਉਹ ਆਮ ਅੱਲਾ ਦੇ ਹੁਕਮਾਂ ਨੂੰ ਹੀ ਨਹੀਂ ਸਨ ਮੰਨਦੇ? ਵੈਰੀ ਗੁੱਡ ਬਹੁਤ ਅੱਛੀ ਬਾਤ। ਚੌਧਰੀ ਸਾਹਿਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਮੈਂ ਅੱਗੇ ਨਮੂਨਾ ਦਿੰਦਾ ਵਾਂ। ਆਪ ਦੇ ਉੱਤੇ ਜਨਾਬ ਉਹ ਜਿਹੜੀਆਂ ਫੈਂਕੀਆਂ ਗਈਆਂ ਆਪ ਦੇ ਉੱਤੇ
यार मेरी अरज तो सुन, मैं तेरी फिर गल नूं गलत कही जावांगा। मेरे मिसाल मैं तेन क्या, मेरे को ना कुरान ना हदीस ना मतलब मैं कि झटकी मिसाल देनी कूड़ा सुटिया गया, तरह तरह दी अज़ीज़ां। झूठ है, कूड़ा सुटिया गया नहीं है, गलत गल्लां ने ਇਹ ਤੁਹਾਨੂੰ ਕਾਦੀਆਨੀਆਂ ਨੇ ਮੁਰੱਬੀਆਂ ਨੇ ਦਸੀਆਂ ਨੇ, ਐਸੀ ਕੋਈ सुन ला ਓਏ ਨਹੀਂ ਹੈ ਯਾਰ, ਝੂਠ ਨਾ ਬੋਲੋ। ਹਜ਼ੂਰ ਅਲੈਹਿ ਸਲਾਤੁ ਸਲਾਮ ਤੇ ਤੁਸੀਂ ਹੁਣ ਤੁਸੀਂ ਗਲਤ ਗੱਲ ਮਨਸੂਬ ਕਰੋਗੇ। अच्छा की अज़ीज़ां दित्तियां गईयां उन्हां नूं? ਹਾਂਜੀ देखो, अल्लाह पाक कुरान पाक च फरमांदा है कि सूरा अल बकरा आयत 83 ਦੇ ਵਿੱਚ कि वकूलू लिन्नासी हुस्ना, और लोगों से अच्छी बात कहो, अच्छाई नाल पेश आओ। लेकिन मिर्जा साहब गालां कढ़दे ने। यार गल ते सुन मेरे प्यारे भाई, नबी पाक सल्लल्लाहु अलैहि वसल्लम नूं की अज़ीज़ां दित्तियां गईयां, की तकलीफां दित्तियां गईयां? मैं तुहाडे कोल पुछ रिहा तुहाडे ते सवाल नहीं, और गालां ते नहीं सन कढ़दे मात अल्लाह अस्तगफिरुल्लाह। मैं यार अगे तेनू गल ओही ते लियाउण लगा, मैं तेनू क्या मन लेने मैं सोने तकलीफां दित्तियां गईयां, लेकिन इहदा तरीका है ते नहीं कि गालां लोकां नूं कढ़नी शुरू कर दिओ। और सोने भाई, मैं तू नबी पाक सल्लल्लाहु अलैहि वसल्लम नूं तकलीफां दित्तियां गईयां, मैं ये अर्ज कर रहा कि तकलीफां दित्तियां गईयां वा। ओ ठीक है, तकलीफ दित्ती गई, लेकिन हजूर ने इस्लाम ने कोई एक गाल कढ़ी होए, ए की तरीका है? अरज सुन किधरे ते नबी पाक सल्लल्लाहु आम इंसान नूं अल्लाह फरमांदा है, इधर देखो सुनो, सूरा आले ए तीजी मैं आयत पेश करन लगा वां, सूरा आले यार ला इलाहा तू अरबी ना पढ़, अरबी ना पढ़। मैनू मैं तुहानू कुरान सुन लईदा हुंदा है, चुप करके सुन लो, कुरान पेश कर रहे हैं। जी सर जी। कुरान जदों पेश होवे ते चुप करके सुनीदा हुंदा है। अच्छा, सूरा अल बकरा, सूरा आले इमरान सॉरी, और आयत नंबर 134 दे विच अल्लाह पाक इरशाद फरमाता है, वल काज़िमीन अल गैज़ा वल आफीना अनिन नास वल्लाहु युहिब्बुल मुहसिनीन। फरमाता है, और गुस्सा पीने वाले और लोगों से दरगुजर करने वाले और नेक लोग अल्लाह के महबूब हैं। और भाई अल्लाह पाक आम मुसलमान नूं हुक्म फरमांदा है कि भाई गुस्से पियो। बिल्कुल है जी, गुस्सा पीना है और माफ करना है, लेकिन नहीं, मिर्जा साहब ने तो कोई गुस्सा शुस्सा नहीं पीता, लोगों को गालां कढ़दे रहे ने। जुर्रियातुल बगाया, रंडी के बच्चे, गश्ती के बच्चे, और पता नहीं बड़ी बड़ी गालां कढ़ियां ने, खंजीर, कुत्तियों के बच्चे। भाई बशर मैं कलमा भर के कहना कि मैं तेरी कोई रिकॉर्डिंग नहीं कर रहा, ना मैनू रिकॉर्डिंग करनी आउंदी। मैं अपने बच्चे को तेरा नंबर सेव कराना सी, कलमा गल बात करने आ, लेकिन गालां कढ़नियां तरीका। यार गल सुन, यार गल सुन, मेरी गल सुन, मैं तेनू देखो मेरे नजदीक, इधर देखो मेरे नजदीक तुसी काफर हो, कादियानी हो, ते क्या मैं तुहानू गालां कढ़ांगा ते तुसी मेरी तबलीग सुनोगे, मेरी गल सुनोगे? ओही ते मैं कहना वा। ओ यार तू दलाल ना गल कर, गालां ते तू कढ़दा, कादियानी नू गालां कढ़दे सन, मन लेने आ। ओ गालां मौलवी कढ़दे सन, मिर्जा साहब ने खुद लिखिया वे कि मौलवी मैनू गालां कढ़दे ने, ते ओ गालां दे जवाब दे विच गालां मौलवियां नू उलमा इकराम नू कढ़दे रहे ने। की तरीका कार है? यार मेरी तू गल ते सुन नहीं दिया, मैं तेरी सारी सुनदा वा, अगों मैं कोई गल करदा तू अगों फट वलदा वा, गल ते सुन ला मेरा प्यारे भाई, समझे? वो तेनू मैं ये नहीं कहंदा तू इन्हां नू मुसलमान समझ, ये नहीं कहंदा, तेनू हरगज नहीं कहंदा, तेरे दिल ते मेरे प्यारे भाई मोहर लग चुकी है, तू नहीं मनना, समझ ये गल दी? मैं ते नहीं मनना, ना ही देखो मैं अज तक गाल कढ़ी है, मैं ते मिर्जा साहब दी किताबां पढ़ पढ़ के सुनाना वा, ते ओहदा नाम तुसां गाल है कि मिर्जा साहब दा नाम ए गाली है। मैं ए कहना पिया कि मिर्जा साहब लोकां नू गालां कढ़दे रहे, ते उन्हां गालां दा की तरीका वे? तरीका सही ते नहीं है। एक शरीफ भाई, शरीफ इंसान नू जेब नहीं कि अगर बिल फर्ज तुसी मेरी किसी गल नू गाली बना दिता है ते तुसी इन्ने नाराज होए हो कि वेख तू गालां कढ़ना है, ते तुसी मेरे ते नाराज हुंदे हो पे, ते मैं कहना पिया कि अपने मसीह मौत ते नाराज नहीं होवोगे कि मसीह मौत गालां कढ़दा रहा है? यार मैं तेन यो ते गल कीती है कि भाई तू मैनू कुछ कवेगा ते मैं जो ओनू लोग इन्ना यार सताउंदे सी, अगली दिन हजरत मुहम्मद सल्लल्लाहु अलैहि वसल्लम गल सुनी नहीं, तू अपनी सुनाना, मेरी तो सुनता ही नहीं। अच्छा मैं बिल फर्ज तुहानू एक गाली करना हुणे कड्डा, छोटी जी, छोटी जी तुहाडा नाम की है? मकसूद। मकसूद हरामी है तू,
ਅੱਛਾ ਅੱਛਾ ਤੁਸੀਂ ਹੁਣ ਮੈਨੂੰ ਗਾਲ ਕੱਢੋਗੇ ਕਿ ਨਹੀਂ? ਯਾਰ ਇਹਦੇ ਮੈਂ ਕੱਢਣੀ ਤੇ ਨਹੀਂ, ਲੇਕਿਨ ਇਹਦੇ ਮਤਬਾਦਲ ਬਣਦੀ ਤੇ ਹੈਗੀ। ਕੱਢ ਦਿਓ ਕੱਢ ਦਿਓ। ਨਹੀਂ ਮੈਂ ਨਹੀਂ ਕਰਨੀ, ਮੈਂ ਨਹੀਂ ਕਰਨੀ, ਬਿਲਕੁਲ ਆਪਣੇ ਨਹੀਂ। ਮਿਰਜ਼ਾ ਸਾਹਿਬ ਦੀ ਸੁਨਨਤ ਤੇ ਅਮਲ ਨਹੀਂ ਕਰਨਾ ਯਾਰ ਤੇ ਤੂੰ ਕਿਉਂ ਬੇਵਕੂਫਾਂ ਦੀਆਂ ਗੱਲਾਂ ਕਰਨ ਦਿਆਂ? ਲੇਕਿਨ ਤੁਹਾਡੇ ਬਕੌਲ ਜੀ ਮਿਰਜ਼ਾ ਸਾਹਿਬ ਨੂੰ ਲੋਕੀ ਗਾਲਾਂ ਕੱਢਦੇ ਸਨ ਤੇ ਉਹ ਅੱਗੋਂ ਫਿਰ ਗਾਲਾਂ ਕੱਢਦੇ ਸਨ, ਤੇ ਬਈ ਤੁਸੀਂ ਮਿਰਜ਼ਾ ਸਾਹਿਬ ਦੀ ਸੁਨਨਤ ਤੇ ਅਮਲ ਨਹੀਂ ਕਰਨਾ, ਤੁਹਾਨੂੰ ਤਾਂ ਚਾਹੀਦਾ ਅਮਲ ਯਾਰ ਮੇਰੀ ਤੇ ਗੱਲ ਸੁਣ, ਮੇਰੀ ਗੱਲ ਤੇ ਸੁਣ ਲਾ, ਕਿਉਂ ਨਹੀਂ ਮੇਰੀ ਗੱਲ ਸੁਣਨ ਦਿਆ? ਨਬੀ ਪਾਕ ਸੱਲਮ ਨੂੰ ਇੰਨੀਆਂ ਜ਼ਈਤਾਂ ਦਿੱਤੀਆਂ ਗਈਆਂ, ਕਈ ਜਗ੍ਹਾ ਤੇ ਉਹਨਾਂ ਨੇ ਬਹਾਦਰੀ ਦਾ ਮੁਕਾਬਲਾ ਕੀਤਾ, ਬੁਰਦਬਾਰੀ ਦਾ ਮੁਕਾਬਲਾ ਕੀਤਾ ਤੇ ਲੋਕ ਮੁਸਲਮਾਨ ਹੋਏ। ਹਜ਼ਰਤ ਹਮਜ਼ਾ ਤੋਂ ਬੜੀ ਲੰਮਾ ਚੌੜਾ ਵਾਕਿਆ ਕੀਤਾ। ਮੇਰਾ ਇਹੋ ਹੀ ਤੇ ਸਵਾਲ ਹੈ ਕਿ ਯਾਰ ਮੇਰੀ ਤੇ ਗੱਲ ਸੁਣ, ਤਕਲੀਫਾਂ ਦਿੱਤੀਆਂ ਤੇ ਉਹ ਬੁਰਦਬਾਰੀ ਤੇ ਮੁਲਾਜ਼ਾ ਕਰਦੇ, ਲੋਕਾਂ ਨੂੰ ਪਿਆਰ ਮੁਹੱਬਤ ਨਾਲ ਸਮਝਾਤੇ, ਉਹਨਾਂ ਨੇ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। दुश्मन के खंजीर हो गए और उनकी औरतें कुतियों से बढ़ गईं। रूहानी खज़ाइन जिल्द 14 सफ़ा 53, रूहानी खज़ाइन जिल्द 12 सफ़ा 235। हाँ जी, तू खंजीर की तरह हमला करता है, गधों की तरह वाजे करता है। मैं तो मिर्ज़ा साहब दियां 1,500 ज्यादा गालां 1,500 ज्यादा गालां मिर्ज़ा साहब दियां किताबां च वहा सकना वा हुणे। अच्छा मेरी गल सुन, मैं तेरी अगली इस गल ते आमना वा, मैं तेन झटकी गल्लां दसदा, तेन पहिलों कई मैं झटकी तेनू मैं दसन दियां, तेनू मैं यार गल ते सुन ला गालां नहीं कड्डदा हुंदा। वेखो तुसीं शरीफ इंसान हो, मैं तुहानू गाली कड्डी, तुसीं मैनू कह सकदे तू बदमाश है, लेकिन तुसा मैनू गाली को नहीं कड्डी, तुसा जवाब को नहीं दिता, ठीक है ना जी? मैं तू गाली कड्डी है ना, होर सुन ला ते मेरी मैं तेनू यार मैनू तेरे नाल बड़ा स्वाद आउंदा, मेरे नाल किते गल करया कर, आपां भरा बणीए, समझी गल दी? कोई गल नहीं। दसां गल की है साडे एक ना फिर दूसरे नंबर दे उत्ते गल नहीं गल उत्थे जट साहब गल उत्थे ही रहनी जे कि तुसी मिर्ज़ा साहब दे अमल नहीं कीता। ओ यार उसे गल ते अमना, उसे नबी पाक सल्लम ने कई जगह ते बहादरी दा मुकाबला कीता, अपने बुरदबारी दा हौसला रखिया, आप लोग इस्लाम ले आए ते किसी जगह ते आपने गैरत दिखाई, तलवार कड्डी, समझ आई गल दी, मैदान दे विच आए। इस्लाम जिस जहाज नूं मिर्ज़ा साहब ने हराम कर दिता कि नहीं? ओए यार आखिरी जमाने दे विच जनाब कलम दा जहाज आ, जिन्ना मिर्ज़ा साहब और नहीं है, हालांकि उत्थे ते ओ हदीस जिहड़ी है ना कि हज़रत ईसा अलैहिस्सलाम जदों जिंदा आसमान तो नाज़िल होणगे ओ जिहाद करनगे। ओ यार ਹੁਣ ਤੇ ਤੁਹਾਡੇ ਮੌਲਵੀ ਕਹਿੰਦੇ ਆ ਕਿ ਈਸਾ अलैहिस्सलाम फौत हो गए ने, ਤੁਸੀਂ ਹਦੀਸ ਜਿੰਦਾ ਬਣਾਈ ਫਿਰਦੇ। ਮੌਲਵੀ ਆ ਨਾ ਮੈਂ, ਤੇ ਤੁਹਾਨੂੰ ਹਦੀਸਾਂ ਪੇਸ਼ ਕਰ ਸਕਣਾ ਵਾ ਹਵਾਲੇ ਦੇ ਨਾਲ। ਨਹੀਂ ਤੇ ਹਵਾਲੇ ਉਹ YouTube ਤੋਂ ਵੇਖਿਆ ਵਾ ਜਿਹੜੇ ਮੌਲਵੀ ਕਹਿੰਦੇ ਨੇ ਕਿ ਈਸਾ YouTube ਵੀ ਵੇਖੀਏ, ਸਾਰੀ YouTube ਮੇਰੇ ਕੋਲ ਹੈ। ਮੈਂ YouTube ਤੇ ਸਭ ਤੋਂ ਪੁਰਾਣਾ ਮੈਂ ਹੀ ਆ, 25 ਸਾਲ ਮੈਨੂੰ ਸੋਸ਼ਲ ਮੀਡੀਆ ਤੇ ਹੋ ਗਏ ਨੇ, ਤੇ YouTube ਕਿਹੜਾ ਸਾਡੇ ਕੋਲ ਦੂਰ ਹੈ ਤੇ ਭੁੱਲੀ ਏ ਗੱਲ ਹੈ ਵੇ ਕਿ ਮੈਂ ਤੇ ਤੁਹਾਨੂੰ ਹਦੀਸ ਤੁਸੀਂ ਹੁਣੇ ਹੀ ਕਹੋ ਜੀ ਕਿਹੜੀ ਹਦੀਸ ਹੈ, ਮੈਂ ਹੁਣੇ ਹਵਾਲਾ ਦੇ ਦੇਣਾ। ਯਾਰ ਮੈਨੂੰ ਹਦੀਸ ਦਾ ਮੇਰੇ ਮੈਂ ਯਾਰ ਤਲਬ ਕਰੋ ਨਾ ਕਿ ਤੁਸੀਂ ਕਹੋ ਜੀ ਇਹ ਜਿਹੜੀ ਤੂੰ ਗੱਲ ਕਹੀ ਏ ਕਿਹੜੀ ਕਿਤਾਬ 'ਚ, ਕਿਹੜੀ ਹਦੀਸ, ਕਿਹੜੀ ਕੁਰਾਨ ਦੀ ਆਇਤ ਲਿਖੀ, ਮੈਂ ਤੁਹਾਨੂੰ ਹੁਣੇ ਹਵਾਲਾ ਦੇ ਦੇਣਾ। ਯਾਰ ਮੈਨੂੰ ਇਹ ਦੱਸ, ਇਹਨੂੰ ਕਹਿੰਦੇ ਨੇ ਸੱਚਾਈ ਦੀ ਦਲੀਲ ओ यार मैं तेनू वीर ओ मेरे ज़हन दे विच सच्चाई तेना बड़े मुरब्बियां मुनाजरा लिया, तू इत्थे वीडियो च कहना हुंदा फलाने इन्ने मुरब्बी करते, इन्ने खानदान करते, ओ सानू पता बिल्कुल गलत गल आ, कोई नहीं कीते हैगे, समझ ना कोई हुंदा। तुहाडीआं मैनू दाद दी लोड़ नहीं ते ना ही तुहाडी तस्दीक दी लोड़ है, मैं तुहानू ना ही ते पुछण गया वां जी हाँ जी दसो जी कादियानी मुरब्बी साहब के मैं किन्ने मुसलमान कीते ने कि नहीं कीते। मैं मुरब्बी नहीं गा, मैं मुरब्बी नहीं गा, हर दुनिया दे कादियानी नूं मुरब्बी ही कहने आ, तुसीं अपने आप नूं ना मन्नो। ठीक है वो तो हर कादियानी नूं असीं मुरब्बी ही कहने। अच्छा गल है वे कि एदा फिर जवाब नहीं तुसां दिता कि गालां मिर्ज़ा साहब जिहड़ियां कढदे हुंदे सन, ਇਹ ਤਰੀਕਾ ਚੰਗਾ यार मैं तेनू जवाब ते देता वा कि नबी पाक सल्लल्लाहु अलैहि वसल्लम तो गाल साबित वेख, मैं तेनू बिल्कुल क्लियर कट करन दिया तू ओ यार मेरी गल ते सुन ला, ओए तेरा यार गल ते सुन ला, ओ मैं ते क्या ही नहीं गल ते मुकम्मल ते सुन ला, ओ गल ते मुकम्मल से मर गया दी मर गया
मैं तो क्या ही नहीं हो भाई अल्लाह माफ करे कि देखो मिर्जा कादियानी ਦੀਆਂ ਗਾਲਾਂ ਨੂੰ ਲੁਕਾਉਣ ਵਾਸਤੇ ਤੁਸੀਂ ਨਬੀ ਕਰੀਮ ਤੇ ਲੈ ਗਏ ਹੋ ਕਿ ਨਬੀ ਕਰੀਮ ਵੀ ਗਾਲਾਂ ਕੱਢਦੇ ਸਨ। ਅਸਤਗਫੁਰullah ਉਹ ਭਲਾ ਹੀ ਹੋ ਜਾਏ ਤੇਰਾ। ਮੈਂ ਤੇ ਕਹਿਆ ਨਹੀਂ, ਖੁਦਾ ਦੀ ਕਸਮ ਹੈ ਮੈਂ ਕਿਹਾ ਹੀ ਨਹੀਂ, ਉਹ ਕਸਮ ਅੱਲਾ ਦੀ ਮੈਂ ਕਿਹਾ। ਉਹ ਸੁਣ ਤੇ ਲਾ ਯਾਰ, ਸੁਣ ਤੇ ਲਾ ਤੂੰ ਐਵੇਂ ਨਾ ਉਹ ਤੂੰ ਉਹ ਸੁਣ ਤੇ ਲਾ ਤੂੰ ਰਿਕਾਰਡਿੰਗ ਜਿਹੜੀ ਮਰਜ਼ੀ ਕਰੀ ਆ। ਮੈਂ ਕਿਹਾ ਮਿਰਜ਼ਾ ਸਾਹਿਬ ਗਾਲਾਂ ਕਿਉਂ ਕੱਢਦੇ ਸਨ? ਸਵਾਲ ਹੈ ਯਾਰ, ਗਲਤ ਸੁਣ ਲਾ ਮੁਬਸ਼ਰ ਸਾਹਿਬ, ਗਲਤ ਸੁਣ ਲੋ। ਮੈਂ ਕਿਹਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤੋਂ ਗਾਲਾਂ ਸਾਬਤ ਨਹੀਂ, ਲੇਕਿਨ ਵੇਖ ਆਕਾ ਤੇ ਗਲਾ ਸਾਬਤ ਨਹੀਂ। ਅੱਛਾ ਨਹੀਂ ਸਾਬਤ ਨਹੀਂ। ਅੱਲਾਹ ਨੇ ਕੁਰਾਨ ਚ ਰੋਕਿਆ ਆਮ ਮੁਸਲਮਾਨ ਨੂੰ, ਨਬੀ ਦੀ ਗੱਲ ਤੇ ਬਾਅਦ ਹੀ ਆਮ ਮੁਸਲਮਾਨ ਨੂੰ ਰੋਕਿਆ ਵੇ ਕਿ ਗਾਲਾਂ ਨਹੀਂ ਜੇ ਕੱਢਣੀਆਂ, ਲੋਕਾਂ ਨਾਲ ਹੁਸਨੇ ਅਖਲਾਕ ਨਾਲ ਪੇਸ਼ ਆਣਾ ਜੇ। ਹਾਂਜੀ ਸਾਇਆ ਪੁੱਤ ਸਾਇਆ ਯਾਰ, ਇੱਕ ਮਿੰਟ ਯਾਰ ਮੇਰੀ ਗੱਲ ਸੁਣ ਮੁਬਸ਼ਰ। ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਇੰਨਾ ਤੂੰ ਯਾਰ, ਮੈਂ ਤੇ ਤੈਨੂੰ ਇਹ ਵੀ ਨਹੀਂ ਕਹਿ ਸਕਦਾ ਨਾ ਸਿੱਧੀ ਗੱਲ ਕਰਿਆ ਕਰ, ਲੇਕਿਨ ਮੈਂ ਗੱਲ ਕਰਨ ਲੱਗਾ ਵਾਂ ਅਗ ਮੈਂ ਨਹੀਂ ਵੇਖਿਆ ਹੈਗਾ ਕਿੱਥੇ ਗਾਲਾਂ ਲਿਖੀਆਂ ਤੇ ਕਿੱਥੇ ਨਹੀਂ ਲਿਖੀਆਂ। ਨੋਟ ਕਰੋ ਹਵਾਲਾ। ਮੁਬਸ਼ਰ ਗੱਲ ਤੇ ਸੁਣ ਲਾ, ਮੁਬਸ਼ਰ ਗੱਲ ਤੇ ਸੁਣ ਲਾ। ਜਿਲਦ 9 ਤੇ ਸਫਾ 31 ਮੁਬਸ਼ਰ ਐੜੀਆਂ ਤੂੰ ਗੱਲਾਂ ਕਰਦਾ ਨਾ ਇਹਨਾਂ ਨਾਲ ਤੇਰੇ ਯਾਰ ਹਵਾਲਾ ਕੋਈ ਨੰਬਰ ਨਹੀਂ। ਤੁਸੀਂ ਕਿਹਾ ਜੇ ਕਿ ਭਾਈ ਤੂੰ ਝੂਠ ਬੋਲਣਾ ਮੌਲਵੀ। ਯਾਰ ਕੋਈ ਤੇਰੇ ਨਾਲ ਨੰਬਰ ਨਹੀਂ ਵਧਨੇ, ਮੇਰੀ ਗੱਲ ਤੇ ਸੁਣ ਲਾ। ਤੇਰੇ ਤੁਸੀਂ ਵੇਖ ਲੋ ਫਿਰ ਜੱਟ ਸਾਹਿਬ। ਮੈਂ ਯਾਰ ਤੈਨੂੰ ਜਵਾਬ ਤੇ ਦੇਤਾ ਵੀ ਜੇ ਤੂੰ ਮੈਨੂੰ ਗਾਲਾਂ ਕੱਢੇਗਾ ਤੇ ਮੈਂ ਅੱਗੋਂ ਤੈਨੂੰ ਗਾਲਾਂ ਹੀ ਕੱਢਣੀਆਂ ਵਾ। ਦਰੂਦ ਸ਼ਰੀਫ ਨਹੀਂ ਕਰਨਾ। ਅੱਛਾ ਰਿਕਾਰਡਿੰਗ ਕਰ ਰਿਹਾ ਮੈਨੂੰ ਗਾਲ ਕੱਢੀ, ਮੈਂ ਤੈਨੂੰ ਅਜੇ ਹੁਣ ਗਾਲ ਕੱਢੀਏ ਤੇ ਤੁਸੀਂ ਗਾਲ ਕੱਢੀ ਕੋਣੀ ਹੈ। ਤੁਸੀਂ ਮਿਰਜ਼ਾ ਸਾਹਿਬ ਦੀ ਸੁਨਨਤ ਤੇ ਅਮਲ ਕੋਈ ਨਹੀਂ ਕੀਤਾ। ਨਹੀਂ ਤੈਨੂੰ ਗਾਲਾਂ ਸੁਣਨ ਦਾ ਸ਼ੌਕ ਆ? ਹਾਂਜੀ ਨਹੀਂ ਯਾਰ ਮੈਂ ਨਹੀਂ ਕੱਢਣੀ ਹੈਗੀ ਗਾਲ। ਫਿਰ ਗਾਲ ਕੱਢ ਮੈਂ ਨਵਾਂ ਕਾਦੀਆਨੀ ਮਿਰਜ਼ਾ ਸਾਹਿਬ ਦੀ ਸੁਨਨਤ ਤੇ ਅਮਲ ਕਰਨ ਕਿ ਅਗਰ ਮੈਂ ਤੁਹਾਨੂੰ ਗਾਲ ਕੱਢੀਏ, ਮੈਂ ਕਿਹਾ ਕਿ ਤੁਸੀਂ ਹਰਾਮੀ ਹੋ ਤੇ ਤੁਹਾਨੂੰ ਵੀ ਕਹਿਣਾ ਚਾਹੀਦਾ ਸੀ। 3-5 ਹਾਂਜੀ ਮੇਰਾ ਮੁੰਡਾ ਵੀ ਲਾਗੋ। ਮਿਰਜ਼ਾ ਸਾਹਿਬ ਤੇ ਕੋਈ ਨਹੀਂ ਸਨ ਬੁਲਾਉਂਦੇ ਹੁੰਦੇ, ਉਹ ਤੇ ਠੱਕ ਗਾਲ ਕੱਢ ਦਿੰਦੇ ਸਨ। ਜਿੰਨਾ ਨਾ ਉਹਨਾਂ ਨੇ ਬਰਦਬਾਰੀ ਦਾ ਸਬੂਤ ਦਿੱਤਾ ਨਾ ਨਬੀ ਪਾਕ ਸੱਲਮ ਤੋਂ। ਬੁਰਦਬਾਰੀ ਮੈਨੂੰ ਦੱਸ ਦਿਓ ਕਿਤਾਬਾਂ ਕੋਈ ਇੱਕ ਦੱਸ ਦਿਓ ਬੁਰਦਬਾਰੀ ਕਿ ਮਿਰਜ਼ਾ ਸਾਹਿਬ ਨੇ ਕਿਸੇ ਜਗ੍ਹਾ ਬੁਰਦਬਾਰੀ ਦਾ ਸਬੂਤ ਦਿੱਤਾ ਹੋਵੇ। ਕੋਈ ਇੱਕ ਸਬੂਤ ਦੇ ਦਿਓ ਯਾਰ। ਗੱਲ ਸੁਣ ਮੈਂ ਤੁਹਾਨੂੰ 1000 ਤੋਂ ਜ਼ਿਆਦਾ ਮਿਰਜ਼ਾ ਸਾਹਿਬ ਦੀਆਂ ਗਾਲਾਂ ਵਹਾ ਸਕਣਾ ਹੁਣੇ ਹੀ ਇੰਨਾ ਪਿਆਰਾ। ਯਾਰ ਗੱਲ ਸੁਣ ਮੇਰੀ ਮੁਬਸ਼ਰ ਸਾਹਿਬ, ਮੇਰੀ ਗੱਲ ਸੁਣ ਮੇਰੇ ਪਿਆਰੇ ਭਾਈ। ਯਾਰ ਤੂੰ ਨਾ ਮੇਰੇ ਨਾਲ ਮੈਨੂੰ ਯਾਰ ਨਾ ਮੈਂ ਕਿਉਂ ਤੇ ਨਾਲ ਗੱਲ ਕਰਨ ਦਿਆ ਵਾ। ਮੇਰੀ ਗੱਲ ਸੁਣ, ਬਲਕਿ ਹੋਰ ਵੀ ਕਿਸੇ ਨੂੰ ਕਿਹਾ ਕਰ ਮੇਰੇ ਨਾਲ ਗੱਲ ਕਰੇ। ਸਾਨੂੰ ਤਬਲੀਗ ਦਾ ਨਾ ਅਸੀਂ ਖੁਦਾ ਦੇ ਜ਼ਰੀਏ ਇਹ ਇਮਾਨ ਰੱਖਦੇ ਕਿ ਮੈਂ ਤੇਰੇ ਨਾਲ ਗੱਲ ਕਰਨ ਦੇਣਾ। ਤਬਲੀਗ ਤੇ ਕਰੋ ਮੈਨੂੰ, ਮੈਂ ਕਿਹਨਾਂ ਦੇ ਪਿਆ ਵਾਂ, ਮੈਨੂੰ ਤਬਲੀਗ ਕਰੋ। ਤੇ ਤੁਸੀਂ ਮੈਨੂੰ ਹੁਣ ਅਗਰ ਮੁਸਲਮਾਨ ਕਰਨਾ ਹੈ ਯਾਨੀ ਆਪਣੇ ਤਾਈਂ ਹਕੀਕੀ ਇਸਲਾਮ ਉਹ ਨਹੀਂ ਤੂੰ ਨਹੀਂ ਹੋ ਸਕਦਾ, ਤੂੰ ਨਹੀਂ ਹੋ ਸਕਦਾ ਤੂੰ ਕਰਨਾ ਪੈਣਾ ਜੇ ਨਾ। ਉਂਝ ਤੇ ਨਹੀਂ ਮਿਰਜ਼ਾ ਗਾਲਾਂ ਕੱਢ ਕੇ ਲੋਕਾਂ ਨੂੰ ਕਾਦੀਆਨੀ ਕਰਦੇ ਹੁੰਦੇ ਸਨ। ਤੁਸੀਂ ਵੀ ਹੁਣ ਮੈਂ ਵੇਖ ਤੇਨਾ ਮੇਰੇ ਪਿਆਰੇ ਭਾਈ ਅੱਛੇ ਅਲਫਾਜ਼ ਬੋਲਣ ਦਿਆ। ਗਾਲਾਂ ਤੋਂ ਬਗੈਰ ਤਬਲੀਗ ਤੇ ਨਹੀਂ ਨਾ ਹੁੰਦੀ। ਮੈਂ ਤੈਨੂੰ ਅੱਛੇ ਅਲਫਾਜ਼ ਬੋਲਣ ਦਿਆ ਵਾਂ, ਮੈਂ ਤੈਨੂੰ ਅੱਛੇ ਅਲਫਾਜ਼ ਬੋਲਣ ਦਿਆ। ਅੱਛੇ ਅਲਫਾਜ਼ ਕਿਉਂ ਬੋਲਦੇ ਹੋ ਫੇ? ਮਿਰਜ਼ਾ ਸਾਹਿਬ ਤੇ ਅੱਛੇ ਨਹੀਂ ਬੋਲਦੇ। ਮਿਰਜ਼ਾ ਸਾਹਿਬ ਤੇ ਗਾਲਾਂ ਕੱਢਦੇ ਯਾਰ। ਮੁਬਸ਼ਰ ਹੈ ਤੇਰਾ ਜ਼ੇਨ ਕੈਸਾ ਵਾ? ਮੈਂ ਤੈਨੂੰ ਅਬੂ ਜਹਿਲ ਕਹਿਣ ਲੱਗਾ ਸੀ ਤੇ ਮੈਂ ਮੂੰਹ ਚ ਰੋਕ ਗਿਆ ਵਾ। ਤਬਲੀਗ ਕੀਤੀ ਨਾ ਇੰਜ ਦੇ ਅਲਫਾਜ਼ ਨੂੰ ਕਢਾ ਨਾ। ਮਕਸੂਦ ਸਾਹਿਬ ਇਹੋ ਹੀ ਤੇ ਤਬਲੀਗ ਹੈ, ਗਾਲਾਂ ਕੱਢ ਕੇ ਤਬਲੀਗ ਹੁੰਦੀ ਏ। ਕਿਉਂਕਿ ਤੁਹਾਡੇ ਮਿਰਜ਼ਾ ਸਾਹਿਬ ਗੁਲਾਮ ਸਾਹਿਬ ਦੀ ਇਹ ਜਨਾਬ ਤਰੀਕਾਕਾਰ ਸੀ ਕਿ ਹਰ ਇੱਕ ਨੂੰ ਆਪਣੇ ਨਾ ਮੰਨਣ ਵਾਲਿਆਂ ਨੂੰ ਗਾਲਾਂ ਕੱਢਦੇ ਹੁੰਦੇ ਸਨ। ਤੇ ਇਹਦੇ ਨਾਲ ਤਬਲੀਗ ਹੁੰਦੀ ਏ। ਉਂਝ ਗਾਲ ਤੋਂ ਬਗੈਰ ਤਬਲੀਗ ਤੇ ਨਹੀਂ ਨਾ ਹੁੰਦੀ। ਅਸੀਂ ਮਿਰਜ਼ਾ ਸਾਹਿਬ ਦੇ ਗੁਲਾਮ ਆ, ਅਸੀਂ ਨਹੀਂ ਗਾਲਾਂ ਕੱਢਦੇ। ਮਿਰਜ਼ਾ ਸਾਹਿਬ ਨੇ ਗੁਲਾਮ ਦੇ ਗੁਲਾਮ ਹੋ ਤੁਸੀਂ। ਅੱਛਾ ਅਸੀਂ ਵੀ ਮੇਰੀ ਗੱਲ ਸੁਣ, ਉਹ ਮਿਰਜ਼ਾ ਸਾਹਿਬ ਨੇ ਅਗਰ ਜੇ ਕੋਈ ਗਾਲ ਕੱਢੀ ਹੈ ਤੇ ਉਹਨਾਂ ਨੂੰ ਸਾਹਿਬ ਗੁਲਾਮ ਦੇ ਗੁਲਾਮ ਹੋ ਤੁਸੀਂ। ਠੀਕ ਹੈ ਗੁਲਾਮ ਦੇ ਗੁਲਾਮ।
ਮਿਰਜ਼ਾ ਸਾਹਿਬ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮ ਸੀ। ਅਸੀਂ ਗਾਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਵੀ ਗੁਲਾਮ ਆ, ਗਾਂ ਮਿਰਜ਼ਾ ਸਾਹਿਬ ਦੇ ਵੀ ਗੁਲਾਮ ਆ, ਗਾਂ ਖੁਲਫਾ ਦੇ ਵੀ ਗੁਲਾਮ ਆ। ਜਿਹਦੇ ਗੁਲਾਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਤੇ ਹੁਸਨੇ ਅਖਲਾਕ ਦੀ ਤਰਬੀਅਤ ਕੀਤੀ ਏ। ਆਪ ਹੁਸਨੇ ਅਖਲਾਕ ਦੇ ਪੈਕਰ ਸਨ ਤੇ ਆਪਣੇ ਉਹ ਜਦੋਂ ਇਸਲਾਮ ਦੀ ਦਾਵਤ ਦੇਣ ਲੱਗੇ ਲੋਕਾਂ ਨੂੰ, ਮੁਸ਼ਰਿਕੀਨ ਮੱਕਾ ਨੂੰ, ਤੇ ਆਪ ਨੇ ਉਹਨਾਂ ਨੂੰ ਪੁੱਛਿਆ ਕਿ ਲੋਕੋ ਮੇਰੇ ਵਿੱਚ ਤੁਹਾਨੂੰ ਕੋਈ ਐਬ ਨਜ਼ਰ ਤੇ ਨਹੀਂ ਆਂਦਾ? ਆਪ ਨੇ ਕਿਹਾ, ਲੋਕਾਂ ਨੇ ਕਿਹਾ ਕਿ ਆਪ ਤੇ ਸਾਦਕ ਤੇ ਅਮੀਨ ਤੇ ਸੱਚੇ, ਸਾਫ ਸੁਥਰੇ, ਅੱਛੇ ਇਨਸਾਨ ਹੋ। ਤੇ ਫਿਰ ਆਪ ਨੇ ਆਪਣਾ ਦਾਵਾ ਪੇਸ਼ ਕੀਤਾ, ਆਪਣੀ ਜ਼ਾਤ ਨੂੰ, ਆਪਣੇ ਕਿਰਦਾਰ ਨੂੰ, ਆਪਣੇ ਅਖਲਾਕ ਨੂੰ, ਆਪਣੇ ਹੁਸਨੇ ਕਿਰਦਾਰ ਨੂੰ ਪਹਿਲੇ ਪੇਸ਼ ਕੀਤਾ। ਜਦਕਿ ਮਿਰਜ਼ਾ ਸਾਹਿਬ ਦਾ ਹੁਸਨੇ ਅਖਲਾਕ ਵੇਖੀਏ ਤੇ ਉਹ ਐ ਵੇ ਗਾਲਾਂ ਤੇ ਗਾਲਾਂ ਨੱਪ ਕੇ ਰੱਖੀਆਂ ਨੇ। ਠੀਕ ਹੋ ਹੁਣ ਮੇਰੀ ਅਰਜ਼ ਸੁਣਨਾ ਜੀ, ਸੁਣਾਓ ਜੀ। ਮਿਰਜ਼ਾ ਗੁਲਾਮ ਅਹਿਮਦ ਸਾਹਿਬ ਇਮਾਮ ਮਹਿਦੀ ਜਿਹੜੇ ਨੇ ਸਾਡੇ ਅਲੈਹਿਸਲਾਮ, ਉਹਨਾਂ ਨੇ ਵੀ ਜਦੋਂ ਦਾਵਾ ਨਹੀਂ ਸੀ ਕੀਤਾ ਤੇਰੇ ਜਿਹੜੇ ਸਾਰੇ ਮੌਲਵੀ ਮਦੂਦੀ ਜਕਾ ਜਕੂ ਪਤਾ ਨਹੀਂ ਕੀ ਕੀ ਇਹਨਾਂ ਦੇ ਨਾਮ ਆ, ਇਹ ਵੀ ਸਾਰੇ ਬੜੇ ਉਹਨੂੰ ਗਾਲਾਂ ਦਾ ਜਵਾਬ ਕੀ ਦੇਣਾ ਜੇ? ਗੱਲ ਤੇ ਸੁਣ ਲਾ। ਨਹੀਂ, ਤੁਸੀਂ ਇੱਧਰ ਉੱਧਰ ਜਾਓਗੇ, ਮੈਂ ਤੁਹਾਨੂੰ ਜਾਣ ਹੀ ਨਹੀਂ ਦੇਣਾ। ਮੈਂ ਤੁਹਾਨੂੰ ਉਸ ਪੁਆਇੰਟ ਤੇ ਰਹਿਣਾ, ਉਸ ਨੁਕਤੇ ਤੋਂ ਇੱਧਰ ਉੱਧਰ ਨਹੀਂ ਜਾਣ ਦੇਣਾ। ਮੈਂ ਵੀ ਜਦੋਂ ਇੱਕ ਗੱਲ ਨੂੰ ਫੜ ਲੈਣਾ ਵਾ, ਮੈਂ ਦੂਜੀ ਜਗ੍ਹਾ ਤੇ ਜਾਂਦਾ ਹੀ ਨਹੀਂ, ਕਿਉਂਕਿ ਕਾਫੀ ਮੁਰਬੀਆਂ ਦਾ ਕੰਮ ਹੁੰਦਾ ਵੇ ਕਿ ਗੱਲ ਨੂੰ ਕਮਾ ਕੇ ਲੈ ਜਾਓ ਇੱਧਰ ਉੱਧਰ, ਤੇ ਮੈਂ ਇੱਧਰ ਉੱਧਰ ਜਾਂਦਾ ਹੀ ਨਹੀਂ। ਮੈਂ ਪੁਆਇੰਟ ਤੇ ਰਹਿਣਾ। ਯਾਰ ਜਿਹੜਾ ਹੁਣ ਤੂੰ ਸਵਾਲ ਕੀਤਾ ਮੇਰੇ ਨਾਲ, ਗਾਲਾਂ ਦਾ ਕੀਤਾ ਹੈ ਕਿ ਕੀ ਤਰੀਕਾ ਕਾਰ ਹੈ ਕਿ ਗਾਲਾਂ ਕੱਢ ਕੇ ਲੋਕਾਂ ਨੂੰ ਤਬਲੀਗ ਕੀਤੀ ਜਾਏ? ਉਹ ਪਹਿਲੇ ਸਵਾਲ ਦਾ ਤੇ ਜਵਾਬ ਲੈ ਲਾ। ਜੇ ਤਬਲੀਗ ਕੀਤੀ ਜਾਏ ਤੇ ਕੋਈ ਕਰੀਬ ਆਏਗਾ? ਦੱਸੋ ਯਾਰ ਮੈਨੂੰ ਇਹ ਦੱਸ ਪਿਆਰੇ ਭਾਈ, ਜਦੋਂ ਤੈਨੂੰ ਮੈਂ ਪਹਿਲੀ ਗੱਲ ਮੁਕਾਤੀ ਵੀ ਜਦੋਂ ਮੈਨੂੰ ਗਾਲ ਕੱਢ ਕਿਸੇ ਨੂੰ ਹਰਾਮੀ ਕਿਹਾ ਜਾਏ ਕਿ ਤੂੰ ਕੁੱਤੀ ਦਾ ਬੱਚਾ ਵੇਂ, ਤੇ ਕਿਆ ਉਹ ਕਰੀਬ ਆਏਗਾ? ਯਾਰ ਗੱਲ ਤੇ ਸੁਣ ਲਾ ਮੇਰੀ, ਮੈਂ ਤੈਨੂੰ ਉਹਦਾ ਜਵਾਬ ਦੇਣ ਤੇ ਦਿਆਂ ਕੋ ਤੂੰ ਸਮਝਣ ਨਹੀਂ ਦਿਆ ਹੈਗਾ, ਤੇ ਫਿਰ ਮੇਰੇ ਕੀ ਮੈਂ ਤੇਰੀਆਂ ਬੜੀਆਂ ਸੁਣੀਆਂ ਇਹੋ ਤੇਰੇ ਚ ਖਸੀਅਤ। ਹਕੀਮ ਨੂਰੁਦੀਨ ਸਾਹਿਬ ਈਮਾਨ ਇਹਨਾਂ ਤੇ ਗਾਲਾਂ ਸੁਣ ਕੇ ਲਿਆਏ ਸਨ। ਯਾਰ ਵੇਖ ਲਾ, ਫਿਰ ਪਤਾ ਨਹੀਂ ਗਾਲਾਂ ਸੁਣ ਕੇ ਆਂਦੀ। ਉਹੀ ਨਾ, ਗਾਲਾਂ ਸੁਣ ਕੇ ਲਿਆਏ ਨੇ। ਯਾਰ ਇਹ ਤੇਰੀ ਸੋਚ ਦੀ ਗੱਲ ਹੈ ਨਾ। ਨਹੀਂ, ਮੇਰੀ ਸੋਚ ਤੁਹਾਡੀਆਂ ਕਿਤਾਬਾਂ ਚ ਲਿਖਿਆ ਵੇ। ਇੱਧਰ ਵੇਖੋ, ਇੱਕ ਮਿੰਟ ਸੁਣੋ। ਮੈਂ ਲਫ਼ਜ਼ ਬੋਲਣਾ ਪੰਜਾਬੀ ਦੇ ਵਿੱਚ, ਮੈਂ ਪੰਜਾਬੀ ਚ ਕਹਿਣਾ ਵਾ ਕਿ ਮਕਸੂਦ ਤੂੰ ਅਗਰ ਮੈਨੂੰ ਨਾ ਮੰਨਿਆ ਤੇ ਤੂੰ ਹਰਾਮ ਦਾ ਵੇਂ। ਇਹਨੂੰ ਹੀ ਮੈਂ ਉर्दू ਦੇ ਵਿੱਚ बोलना वा। ਹੁਣ सुनिया जे, हमारी फतह का कायल नहीं होगा तो साफ समझा जाएगा कि इसको वलदुल हराम बनने का शौक है और हलाल ज्यादा नहीं। रूहानी खज़ैन जिल्द 9 ਤੇ सफा 31। ਹੁਣ ਦੱਸੋ ਕਿ ਇਹ ਤੁਹਾਨੂੰ ਮੈਂ ਜਿਹੜੀ ਦਾਵਤ ਦਿੱਤੀ ਹੈ, ਕਿਆ ਤੁਸੀਂ ਕਬੂਲ ਕਰੋਗੇ? ਤੁਸੀਂ ਮੈਨੂੰ ਮੰਨ ਲਵੋਗੇ ਇਹ ਗੱਲ ਨੂੰ ਸੁਣ ਕੇ? ਜਿਹੜੀ ਖਲੀਫਾ ਅਵਲ ਦੀ ਤੂੰ ਗੱਲ ਕੀਤੀ ਹੈ ਨਾ, ਹਕੀਮ ਨੂਰੁਦੀਨ ਸਾਹਿਬ ਦੀ ਗੱਲ ਕੀਤੀ ਹੈ, ਮਿਸਾਲ ਦਿੱਤੀ ਹੈ ਕਿ ਗਾਲਾਂ ਸੁਣ ਕੇ ਇਹ ਮੰਨ ਲਿਆ ਤੁਸੀਂ। ਯਾਰ ਤੁਹਾਨੂੰ ਡਰਾ ਕੇ ਰੱਖਿਆ ਸੀ ਗਾਲਾਂ ਕੱਢ ਕੇ ਕਿ ਜਿਹੜਾ ਮੇਰੇ ਤੇ ਈਮਾਨ ਨਹੀਂ ਲਿਆਏਗਾ ਉਹ ਹਰਾਮੀ ਹੈ, ਉਹ ਖਬੀਰ ਹੈ। ਭਾਈ ਆਪ ਤੂੰ ਵੇਖ ਲਾ ਮੁਬਸ਼ਰ ਸਾਹਿਬ, ਇਨਸਾਫ ਨਹੀਂ ਹੈਗਾ। ਆਪ ਤੂੰ ਮਿਸਾਲ ਵਿੱਚ ਟਾਲ ਦਿੰਦਾ ਜਦੋਂ ਉਸ ਗੱਲ ਦੀ ਵਜ਼ਾਹਤ ਕਰਨ ਲੱਗਦੇ ਆ। ਗਾਲਾਂ ਕੱਢ ਕੇ ਤਬਲੀਗ ਕਿਹੜੀ ਹੁੰਦੀ ਹੈ? ਕਿਹੜੇ ਦੀਨ ਦੇ ਮਜ਼ਹਬ ਦੇ ਵਿੱਚ ਵੇ? ਔਰ ਕਿਹੜੀ ਕਿਤਾਬ ਚ ਲਿਖਿਆ ਵੇ ਕਿ ਮਸੀਹ ਜਿਹੜਾ ਹੋਏਗਾ ਉਹ ਗਾਲਾਂ ਕੱਢੇਗਾ ਲੋਕਾਂ ਨੂੰ? ਇਸ ਗੱਲ ਦੀ ਤੇ ਤੁਹਾਨੂੰ ਮੈਂ ਵਜ਼ਾਹਤ ਕਰ ਦਿੱਤੀ ਹੈ ਮੇਰੇ ਪਿਆਰੇ ਭਾਈ। ਇਸ ਗੱਲ ਦੀ ਮੈਂ ਤੁਹਾਨੂੰ ਕਿਹੜੀ ਕੁਰਾਨ ਦੀ ਦੱਸੋ ਨਾ ਕਿ ਮਸੀਹ ਨੇ ਜਿਹੜਾ ਗਾਲਾਂ ਕੱਢਣੀਆਂ ਨੇ ਲੋਕਾਂ ਨੂੰ। ਮੇਰੀ ਗੱਲ ਸੁਣ, ਮੈਂ ਤੈਨੂੰ ਪਹਿਲੇ ਕਿਹਾ ਵਾ ਕਿ ਮੈਂ ਕੁਰਾਨ ਹਦੀਸ ਔਰ ਮਸੀਹ ਮੌਲਾ ਇਸਲਾਮ ਦੀਆਂ ਕਿਤਾਬਾਂ ਨਹੀਂ ਪੜ੍ਹੀਆਂ। ਕੁਰਾਨ ਮੈਂ ਪੜ੍ਹਿਆ ਅੱਲਾਹ ਤਾਲਾ ਦੇ ਫਜ਼ਲ ਦੇ ਨਾਲ, ਲੇਕਿਨ ਮੈਂ ਪੱਕਾ ਤੇ ਸੱਚਾ ਅਹਿਮਦੀ ਹਾਂ। ਮੈਂ ਤੈਨੂੰ ਦੁਨੀਆ ਦਾ ਹਰ ਕਾਦੀਆਨੀ ਕਿਸੇ ਨੇ ਵੀ ਨਾ ਹੀ ਕੁਰਾਨ ਪੜ੍ਹਿਆ, ਨਾ ਹੀ ਹਦੀਸ ਪੜ੍ਹੀ, ਤੇ ਨਾ ਹੀ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹੀਆਂ, ਤੇ ਉਹ ਆਂਦਾ ਮੈਂ ਅਹਿਮਦੀ ਹਾਂ। ਬੜਾ ਵੱਡਾ ਰੌਲਾ ਇਹ ਵੇ ਕਿ ਤੁਸੀਂ ਮਿਰਜ਼ਾ ਕਾਦੀਆਨੀ ਦੀ ਇਹ ਗੱਲਾਂ ਦੇ ਉੱਤੇ ਈਮਾਨ ਲਿਆਂਦਾ ਤੇ ਕਿੰਜ ਲੈ ਆਂਦਾ ਕਿ ਉਹਦੀਆਂ ਗਾਲਾਂ ਦੇ ਉੱਤੇ ਈਮਾਨ ਲਿਆਂਦਾ ਤੁਸੀਂ?
ਇਹ ਦੱਸੋ ਨਾ ਜਵਾਬ ਚਾਹੀਦਾ। ਮੁਬਸ਼ਰ ਮੈਨੂੰ ਲਾਊਡ ਨਾ ਕਰ। ਇੱਕ ਮੈਂ ਨਹੀਂ ਪੜਿਆ, ਅਹਿਮਦੀ ਜਿਹੜੇ ਆ ਕੁਰਾਨ ਤੇ ਫਦਾ ਹੋਣ ਵਾਲੇ ਆ, ਉੱਤੇ ਜਾਨ ਦੇਣ ਵਾਲੇ ਆ। ਤੂੰ ਗੱਲ ਯਾਰ ਸਹੀ ਕਰ। ਕਸਮੇ ਅੱਜ ਤੱਕ ਕੋਈ ਨਹੀਂ ਜੇ ਵੇਖਿਆ, ਹੈ ਹੀ ਕੋਈ ਨਹੀਂ ਤੁਹਾਡੇ ਤੇ। ਉਹ ਖਲੀਫਾ ਮਸਰੂਰ ਸਾਹਿਬ ਨੂੰ ਉੱਤੋਂ ਵੇਖ ਕੇ ਪੜ੍ਹਨਾ ਨਹੀਂ ਆਉਂਦਾ, ਉਹ ਖੁਤਬੇ ਦੇ ਵਿੱਚ ਕੁਰਾਨ ਗਲਤ ਪੜ੍ਹਦੇ ਨੇ। ਉਹ ਕਿਉਂ ਖੁਦਾ ਨੂੰ ਖੁਦਾ ਨਹੀਂ ਕਹਿਣ ਦਿਆ ਹੈਗਾ। ਮੈਂ ਗਲਤੀਆਂ ਫੜੀਆਂ ਜੇ, ਜਾਓ ਮੇਰੇ ਚੈਨਲ ਤੇ ਜਾ ਕੇ ਵੇਖੋ, ਖਤਮੇ ਨਬੂਵਤ ਕਰਾਇਆ ਮੇਰੇ ਚੈਨਲ ਤੇ ਜਾ ਕੇ ਵੇਖੋ। ਕਿਉਂ ਖੁਦਾ ਨੂੰ ਖੁਦਾ ਗਲਤੀਆਂ ਮੈਂ ਫੜੀਆਂ ਨੇ, ਹਰ ਖੁਤਬੇ ਦੇ ਵਿੱਚ ਉਹ ਗਲਤ ਪੜ੍ਹਦੇ ਨੇ। ਔਰ ਕਿਉਂ ਖੁਦਾ ਨੂੰ ਖੁਦਾ ਨਹੀਂ ਕਹਿਣ ਦਿਆ ਹੈਗਾ? ਕਿਉਂ ਜ਼ੁਲਮ ਤੇ ਤੁਲਿਆ ਹੋਇਆ ਵਾ ਤੂੰ? ਜਮਾਤ ਉਹ ਜਿਹੜਾ ਬੇਵਕੂਫ ਤੋਂ ਬੇਵਕੂਫ ਇਨਸਾਨ ਆ, ਉਹ ਜਮਾਤ ਦੀ ਤਰੱਕੀ ਵੇਖ ਕੇ ਕਿਸੇ ਖੋਤੀ ਦਿਆ ਪੁੱਤਰਾ ਤੇਰੀ ਭੈਣ ਨੂੰ ਲੰਨ ਦਿੱਤਾ ਨਹੀਂ, ਤੇਰੀ ਕੁੜੀ ਨੂੰ ਯਾਹ ਨਹੀਂ, ਤੇ ਭੈਣ ਦੀ ਫੁੱਦੀ ਹੋਇਆ ਗੰਦਿਆ। ਤੂੰ ਬਕਵਾਸ ਹੀ ਕਰੀ ਆਉਣ ਦਿਆ, ਗੱਲ ਹੀ ਗੌਰ ਨਾਲ ਨਹੀਂ ਸੁਣਨ ਦਿਆ। ਠੀਕ ਹੈ, ਇਹ ਹੁਣ ਤਬਲੀਗ ਹੋਈ ਹੈ ਅਸਲ ਯਾਰ। ਤੇਰੀ ਇਨਸਾਨ ਮੈਂ ਤੇਰੇ ਚ ਗੱਲ ਸੁਣਨ ਦਾ ਹੌਸਲਾ ਹੀ ਨਹੀਂ, ਤੂੰ ਗੱਲ ਤੇ ਸੁਣ। ਸਾਡੇ ਮਿਰਜ਼ਾ ਮਸਰੂਰ ਸਾਹਿਬ ਨੂੰ ਕੁਰਾਨ ਨਹੀਂ ਪੜ੍ਹਨਾ ਆਉਂਦਾ, ਤੂੰ ਵੇਖ ਕੇ ਨਹੀਂ ਪੜ੍ਹਨਾ ਆਉਂਦਾ, ਤੇ ਤੈਨੂੰ ਪੜ੍ਹਨਾ ਆਉਂਦਾ ਵਾ। ਤੂੰ ਜਿਵੇਂ ਦੀਆਂ ਚਵਲਾਂ ਤੇ ਜਿਵੇਂ ਦੀਆਂ ਬਗੈਰਤੀਆਂ ਭੋਰਦਾ ਵਾ, ਉਹ ਤੇਰੇ ਜਿਹੜੇ ਰਹਿਬਰ ਉਹ ਤੇ ਮੇਰੇ ਵੀ ਰਹਿਬਰ ਆ। ਤੂੰ ਜਿਵੇਂ ਦੀਆਂ ਚਵਲਾਂ ਤੇ ਬਗੈਰਤਾਂ ਭੋਰਦਾ ਵਾ, ਹਰ ਬੰਦਾ ਤੇ ਲੰਘ ਭੇਜਦਾ। ਕੁਰਾਨ ਤੇ ਉਹਨੂੰ ਪੜ੍ਹਨਾ ਸਿਖਾਓ। ਤੂੰ 2 ਕਰੋੜ ਰੁਪਈਆ ਮੰਗਣ ਦਿਆਂ, 2 ਕਰੋੜ ਰੁਪਈਆ ਮੰਗਣ ਦਿਆਂ ਵੀ ਮੈਂ ਜਾਮਿਆ ਬਣਾਉਣੀ ਤੇ ਫਲਾਨ ਬਣਾਉਣਾ। ਤੇਰੀ ਜ਼ਬਾਨ ਔਰ ਤੇਰਾ ਕੌਲ ਫੇਲ ਆਪਸ ਵਿੱਚ ਇਹਦੇ ਵਿੱਚ ਹੀ ਤਜ਼ਾਦ ਆ, ਉਹ ਤੇਰਾ ਸਾਥ ਹੀ ਨਹੀਂ ਦੇਣ ਦਿਆ। ਮੈਂ ਕਿੰਨਾ ਕਿੰਨੇ ਰਿਕਵੈਸਟ ਨਾਲ ਗੱਲ ਕੀਤੀ ਆ, ਤੇਰੇ ਅੱਗੇ ਤਰਲਾ ਮਾਰਿਆ, ਜਾਨਾ ਬਣੇ, ਲੇਕਿਨ ਗਾਲਾਂ ਦਾ ਕੀ ਕਰਨਾ ਜੇ ਮਿਰਜ਼ਾ ਸਾਹਿਬ ਜਿਹੜੀਆਂ ਤੇਰੇ ਅੱਗੇ ਤਰਲਾ ਮਾਰਿਆ, ਤੇਰੇ ਅੱਗੇ ਮੈਂ ਤਰਲਾ ਮਾਰਿਆ। ਤੈਨੂੰ ਹਰ ਗੱਲ ਇਹਨਾਂ ਦੇ ਨਾਲ ਗਾਲਾਂ ਖਤਮ ਹੋ ਜਾਣਗੀਆਂ। ਤੈਨੂੰ ਹਰ ਗੱਲ ਤੇ ਕਹਿਣ ਦਿਆ ਵਾਂ ਕਿ ਅੱਲਾ ਯਾਰ ਤੈਨੂੰ ਖੁਸ਼ ਰੱਖੇ। ਤੂੰ ਇਹ ਨਹੀਂ ਕਹਿਣ ਦਿਆ ਕਿ ਯਾਰ ਬੰਦਾ ਮੇਰੇ ਕਰਦੇ ਤੇ ਮਿਰਜ਼ੇ ਦੀਆਂ ਗਾਲਾਂ ਖਤਮ ਹੋ ਜਾਣਗੀਆਂ। ਮੇਰੀ ਗੱਲ ਸੁਣ, ਮੈਂ ਕਹਿ ਰਿਹਾ ਵੀ ਤੇਰੇ ਨਾਲ ਕਿੰਨੀ ਮਸਕੀਨੀ ਨਾਲ ਗੱਲ ਕਰ ਰਿਹਾ। ਤੂੰ ਅਗਰ ਮਸਕੀਨੀ ਨਾਲ ਮੇਰੇ ਨਾਲ ਗੱਲ ਕਰ ਵੀ ਲਵੋ ਤਾਂ ਕਿਆ ਮਿਰਜ਼ੇ ਦੀਆਂ ਗਾਲਾਂ ਖਤਮ ਹੋ ਜਾਣਗੀਆਂ? ਯਾਰ ਤੂੰ ਤਾਂ ਗੱਲ ਸੁਣਦਾ ਹੀ ਨਹੀਂ। ਤੇਰੇ ਚ ਸਿਫਤ ਆ, ਤੂੰ ਗੱਲ ਸੁਣਦਾ। ਤੁਹਾਡੀ ਗੱਲ ਸੁਣ ਵੀ ਲਵਾਂ ਤੇ ਕਿਆ ਮਿਰਜ਼ੇ ਕਾਦੀਆਨੀ ਦੀਆਂ ਗਾਲਾਂ ਖਤਮ ਹੋ ਜਾਣੀਆਂ ਨੇ? ਓ ਯਾਰ ਤੂੰ ਇਹ ਸੋਚ ਕਿ ਬੰਦਾ ਜਿਹੜਾ ਵਾ ਇਹਨੇ ਗਾਲਾਂ ਤੋਂ ਨਫ਼ਰਤ ਕੀਤੀ। ਤੂੰ ਹਰਾਮ बनने का शौक है और हराम ज्यादा है, ਇਹ ਕੀ ਚੱਕਰ ਹੈ? ਮਿਰਜ਼ਾ ਸਾਹਿਬ ਦੇ ਮੂੰਹ ਦੇ ਵਿੱਚ ਗਲਾਜ਼ਤ ਸੀ ਭਰੀ ਹੋਈ। ਇਹ ਜਿਵੇਂ ਦਾ ਤੂੰ ਹਰਾਮਦਾ ਨਾ, ਹਰਾਮਦਾ, ਇਹ ਤੇਰੇ ਵਰਗੇ ਹਰਾਮਦਿਆਂ ਨੂੰ ਕਿਹਾ ਈ। ਅੱਛਾ, ਇਹ ਹੁਣ ਤਬਲੀਗ ਇਹ ਤੇਰੇ ਵਰਗੇ ਹਰਾਮਦਿਆਂ ਨੂੰ ਕਿਹਾ ਈ। ਇਹ ਪੱਕੀ ਗੱਲ ਆ ਯਾਰ। ਮੇਰੇ ਕੋਲ ਮੇਰੀ ਗੱਲ ਤੇ ਸੁਣ, ਮੇਰੀ ਗੱਲ ਸੁਣ ਇੱਕ ਮਿੰਟ। ਸੁਣ ਰਹੇ ਆ, ਬੜੀ ਸੋਹਣੀ ਤਬਲੀਗ ਕਰ ਰਹੇ। ਇੱਕ ਮਿੰਟ, ਤੂੰ ਕਮ ਅਜ਼ ਕਮ ਇਹ ਸੋਚ ਕੇ ਬੰਦਾ ਯਾਰ ਸਾਦਾ ਲੋ ਬੰਦਾ ਵਾ, ਇਹਨੇ ਮੇਰੇ ਨਾਲ ਗੱਲ ਕੀਤੀ, ਇਹ ਸਮਝ ਆਈ ਗੱਲ। ਸਹੀ ਮਿਰਜ਼ਾ ਕਾਦੀਆਨੀ ਦੀ ਸੁਨਨਤ ਤੇ ਅਮਲ ਕੀਤਾ ਤੁਸਾਂ, ਸਹੀ ਹੈ। ਇਹਨੇ ਮੇਰੇ ਨਾਲ ਸਾਦਾ ਲੋ ਗੱਲ ਕੀਤੀ। ਭਾਈ ਮੈਂ ਹਜ਼ਰਤ ਮਸੀਹ ਮੌਲਾ ਇਸਲਾਮ ਦੀਆਂ ਕਿਤਾਬਾਂ ਨਹੀਂ ਪੜ੍ਹੀਆਂ ਹੈਗੀਆਂ, ਮੈਂ ਕੁਰਾਨ ਦਾ ਮਤਾਲਿਆ ਨਹੀਂ ਘੱਟ। ਤੁਸੀਂ ਅਜੇ ਕਿਤਾਬਾਂ ਨਹੀਂ ਪੜ੍ਹੀਆਂ ਤੇ ਮਾਸ਼ਾਅੱਲਾ ਤੁਸੀਂ ਇੰਨੀ ਮਿਰਜ਼ੇ ਦੀ ਤਬਲੀਗ ਕਰਦੇ ਹੋ ਪਏ, ਤੇ ਜੇ ਤੁਸੀਂ ਪੜ੍ਹ ਲੈਂਦੇ ਤੇ ਫੇਰ ਕਿੰਨੀ ਕਰਨੀ ਸੀ? ਇਹ ਤੁਹਾਨੂੰ ਪਤਾ ਕੁਰਾਨ ਦਾ ਕੁਰਾਨ ਗਾਲਾਂ ਕੱਢ ਜਾਂਦਾ। ਤੂੰ ਰੋਜ਼ਾਨਾ ਵੀਡੀਓ ਚਲਾਉਣਾ, ਰੋਜ਼ਾਨਾ ਵੀਡੀਓ ਕਰਦਾ, ਤੂੰ ਉੱਥੇ ਅੰਦਾਜ਼ਾ ਲਾ ਕਿ ਯਾਰ ਇਸ ਬੰਦੇ ਨੂੰ ਕਹਿੰਦਾ ਮੈਂ ਕਿਤਾਬਾਂ ਨਹੀਂ ਪੜ੍ਹੀਆਂ, ਕੁਰਾਨ ਦਾ ਵੀ ਮੈਨੂੰ ਮਤਾਲਿਆ ਘੱਟ, ਹਦੀਸ ਦਾ ਵੀ ਮਤਾਲਿਆ ਘੱਟ ਆ। ਗੱਲ ਤੇ ਸੁਣੋ, ਲਾਸਟ ਗੱਲ ਗੁਫ਼ਤਗੂ ਹੋ ਗਈ ਹੈ, ਗੱਲ ਵੀ ਕੋਈ ਲਾਸਟ ਗੱਲ ਮੈਂ ਗਾਲ ਕੱਢ ਦਾਂਗਾ, ਮੈਂ ਤੈਨੂੰ ਗਾਲ ਕੱਢ ਦਾਂਗਾ, ਤੈਨੂੰ ਸ਼ੌਕ ਆ ਮੈਂ ਗਾਲ ਕੱਢਾਂਗਾ, ਮੈਂ ਗਾਲ ਕੱਢਾਂਗਾ, ਬਿਲਕੁਲ ਗਾਲ ਕੱਢਾਂਗਾ। ਤੂੰ ਹੈ ਹੀ ਗਾਲ ਦੇ ਕਾਬਲ। ਤੂੰ ਇਹ ਸੋਚ ਕਿ ਯਾਰ ਗੱਲ ਤੇ ਸੁਣ ਲਾ, ਗੱਲ ਸੁਣ ਲਾ। ਤਬਲੀਗ ਹੁੰਦੀ ਹੈ ਸਹੀ। ਤੇਰੇ ਮੁਕੱਦਰਾਂ ਵਿੱਚ ਗਾਲਾਂ ਵਾ ਮੇਰੇ ਬੇਟੇ, ਤੇਰੇ ਮੁਕੱਦਰਾਂ ਚ ਗਾਲਾਂ ਵਾ। ਦੇਖ ਤੇਰੀ ਸ਼ਾਨ ਨਿੱਗੀ, ਤੇਰੀ ਬਗੈਰਤੀ ਆ। ਇਹ ਤੇਰੀ ਸ਼ਾਨ ਨਿੱਗੀ, ਤੇਰੀ ਬਗੈਰਤੀ ਆ। ਮੈਨੂੰ ਇਹ ਦੱਸ, ਤੂੰ ਇਹ ਸੋਚ ਵੀ ਯਾਰ ਇਹ ਬੰਦਾ ਵਾ, ਇਹਨੇ ਸਾਫ਼ ਦੱਸਿਆ ਮੇਰੇ ਅੱਗੇ ਤਰਲਾ ਪਾਇਆ। ਤੁਸੀਂ ਬੰਦੇ ਹੋ। ਹੈਲੋ ਯਾਰ ਗੱਲ ਤੇ ਸੁਣ ਲੈ, ਮੈਂ ਤੇਰੀ ਸਾਰੀ ਗੱਲ ਤੂੰ ਕਰ ਲਗਾ। ਬੰਦੇ ਕੋ ਨਹੀਂ ਹੈ, ਉਹ ਆਂਦੇ ਨੇ ਪਏ ਮੈਨੂੰ 10 ਮਹੀਨੇ ਦਾ ਹਮਲ ਹੋਇਆ ਤੇ 2 ਸਾਲ ਤੱਕ ਮੈਂ ਔਰਤ ਬਣਿਆ ਰਿਹਾ।
ਤੇ ਹਾਲਾਂਕਿ 10 ਮਹੀਨੇ ਦਾ ਤੇਰੀ ਮਾਂ ਨੂੰ ਵੀ ਹਮਲ ਹੋਇਆ ਸੀ, ਤੇਰੀ ਮਾਂ ਨੂੰ ਮੈਂ ਹਮਲ ਕੀਤਾ ਸੀ ਤੇ ਤੇਰੀ ਭੈਣ ਨੂੰ ਵੀ ਮੈਂ ਕੀਤਾ ਕਿ ਖੋਤੀ ਦਿਆ ਬੱਚਿਆ। ਗੱਲ ਤੇ ਸੁਣ ਲੈ, ਕਿਉਂ ਗਲਤ ਗੱਲਾਂ ਕਰਦਾ? ਭਾਈ ਤੁਸੀਂ ਤੇ ਮਰਦ ਹੋ, ਲੇਕਿਨ ਮਿਰਜ਼ਾ ਕਾਦੀਆਨੀ ਸਾਹਿਬ ਤੇ ਕਹਿੰਦੇ ਨੇ ਮੈਂ ਔਰਤ ਹਾਂ, ਉਹਨੇ ਮੈਨੂੰ 10 ਮਹੀਨੇ ਦਾ ਹਮਲ ਹੋਇਆ ਤੇ ਗੂਗਲ ਕਹਿੰਦੀ ਪਈ 10 ਮਹੀਨੇ ਦਾ ਹਮਲ ਖੋਤੀ ਨੂੰ ਹੁੰਦਾ ਹੈ ਖੋਤੀ ਤੇਰੀ ਮਾਂ ਵਾ ਤੇ ਮਿਰਜ਼ਾ ਸਾਹਿਬ ਨਹੀਂ। ਮਿਰਜ਼ਾ ਸਾਹਿਬ ਤੋਂ ਖੁਦਾ ਤਾਲਾ ਦੇ ਬਰਗਜ਼ੀਦਾ ਬੰਦੇ ਨਹੀਂ ਬੰਦੇ ਨਹੀਂ, ਬੰਦੀ ਕਹੋ, ਬੰਦੀ ਨਹੀਂ ਬੰਦਾ ਹੈ। ਗਲਤ ਸੁਣ ਮੇਰੀ ਯਾਰ, ਗਲਤ ਸੁਣ ਲੈ। ਰੂਹਾਨੀ ਖਜ਼ਾਨ ਜਿਲਦ 19 ਸਫਾ 50 ਦੇ ਉੱਤੇ ਮਿਰਜ਼ਾ ਸਾਹਿਬ ਕਹਿੰਦੇ ਨੇ ਉਹ ਮੈਂ ਔਰਤ ਹਾਂ, ਔਰਤ 10 ਮਹੀਨੇ ਦਾ ਹਮਲ ਹੋਇਆ ਮੈਨੂੰ। ਗਲਤ ਸੁਣ ਲੈ ਮੇਰੀ ਯਾਰ, ਗਲਤ 10 ਮਹੀਨੇ ਦਾ ਹਮਲ ਖੋਤੀਆਂ ਨੂੰ ਹੁੰਦਾ ਹੈ। ਗਲਤ ਸੁਣ ਲੈ, ਤੇਰੀ ਮੈਂ ਕਈ ਵਾਰੀ ਬਕਵਾਸ ਸੁਣੀ ਹੈ, ਇਹ ਕਈ ਵਾਰੀ ਤੂੰ ਲੋਕਾਂ ਨਾਲ ਲੱਗਾ ਬਕਵਾਸ ਸੁਣੀ ਤੂੰ। ਇਹ ਬਕਵਾਸ ਹੈ, ਮਿਰਜ਼ਾ ਸਾਹਿਬ ਨੇ ਲਿਖੀ ਜੇ ਰੂਹਾਨੀ ਖਜ਼ਾਨ ਜਿਲਦ 19 ਸਫਾ 50 ਕਸ਼ਤੀ। ਗੱਲ ਸੁਣ, ਉਹ ਪੈਸੇ ਖਾਣ ਵਾਲਿਆ ਮੌਲਵੀ, ਗੱਲ ਸੁਣ ਮੌਲਵੀ ਪੈਸੇ ਥੋੜੀਆਂ ਜਿਹੜਾ 5 ਔਰ 50 ਦੇ ਨਾਮ ਦੇ ਉੱਤੇ ਅਰਬਾਂ ਰੁਪਈਆ ਲੋਕਾਂ ਦਾ ਖਾ ਜਾ। ਇਹ ਤੇ ਮਸੀਹ ਮੌਤ ਦਾ ਅੱਲਾਹ ਤਾਲਾ ਦੇ ਫਜ਼ਲ ਦੇ ਨਾਲ ਸਾਡੀ ਇਸ ਜਮਾਤ ਤੋਂ ਜਾਨ ਵੀ ਖੁਦਾ ਵਾ ਤੇ ਤੁਸੀਂ ਜੋ ਜਿਹੜਾ ਤੂੰ ਮਦਰਸਿਆਂ 'ਚ ਕਰਦਾ ਨਾ, ਜਿਹੜਾ ਤੂੰ ਮਦਰਸਿਆਂ 'ਚ ਕਰਦਾ ਵਾ ਗਲਤ ਹਰਕਤਾਂ, ਜਿਹੜਾ ਤੂੰ ਮਦਰਸਿਆਂ 'ਚ ਗਲਤ ਹਰਕਤਾਂ ਕਰਦਾ ਵਾ ਉਹਦਾ ਵੀ ਪਤਾ। ਮਿਰਜ਼ਾ ਸਾਹਿਬ ਨੂੰ ਔਰਤ ਬਣਨ ਦਾ ਬੜਾ ਸ਼ੌਕ ਸੀ, 2 ਸਾਲ ਤੱਕ ਉਹ ਔਰਤ ਬਣਿਆ। ਮੁਬਸ਼ਰ ਹਮਲ ਹੋ ਗਿਆ। ਦੇਖ ਲਾ ਤੇਰੀ ਇਨਸਾਨੀਅਤ ਹੈ, ਤੂੰ ਮੈਨੂੰ ਲੈ ਆਂਦਾ ਨਾ ਉਸੇ ਗਾਲਾਂ ਉੱਤੇ, ਮੈਂ ਤੇਰੇ ਅੱਗੇ ਤਰਲਾ ਪਾਇਆ ਸੀ। ਠੀਕ ਹੈ ਨਾ, ਉਹ ਤੇ ਦੁਨੀਆ ਦਾ ਹਰ ਕਾਦੀਆਨੀ ਕੱਢਦਾ। ਮਿਰਜ਼ਾ ਸਾਹਿਬ ਜਦੋਂ ਕੱਢਦੇ ਰਹਿੰਦੇ ਤੇ ਤੁਸੀਂ ਤੇ ਸ਼ੈ ਹੀ ਕੋਈ ਨਹੀਂ ਯਾਰ। ਮੈਂ ਤੇਰੇ ਅੱਗੇ ਤਰਲਾ ਪਾਇਆ ਸੀ। ਗਾਲਾਂ ਕੱਢਦਾ ਹੈ ਤੇ ਕਾਦੀਆਨੀ ਮੁਰੱਬੀ ਤੇ ਸ਼ੈ ਹੀ ਕੋਈ ਨਹੀਂ। ਮੈਂ ਮੁਰੱਬੀ ਨਹੀਂ ਗਾ, ਮੁਰੱਬੀ ਗਾਲਾਂ ਕੱਢਣ ਵਾਲੇ ਬੰਦੇ ਨੂੰ ਕਹਿੰਦੇ ਆ ਅਸੀਂ। ਮਿਰਜ਼ਾ ਕਾਦੀਆਨੀ ਮੁਰੱਬੀ ਹੈ, ਮਿਰਜ਼ਾ ਕਾਦੀਆਨੀ ਜਿਹੜਾ ਗਾਲਾਂ ਕੱਢਦਾ ਉਹਨੂੰ ਹੀ ਅਸੀਂ ਮੁਰੱਬੀ ਕਹਿੰਦੇ ਜੇ। ਮੈਂ ਤੇ ਬੜੇ ਸ਼ੌਕ ਨਾਲ ਤੇਰੇ ਨਾਲ ਗੱਲ ਕੀਤੀ ਸੀ ਵੀ ਉਹ ਭਰਾ ਦੇ ਨਾਲ ਕੋਈ ਸਿੱਧੇ ਤੰਦ ਪਾਵਾਂਗਾ ਤੇ ਉਹਦੇ ਤਰਲਾ ਮਾਰਾਂਗਾ ਵੀ ਯਾਰ ਅੱਛਾ ਇੱਕ ਗੱਲ ਸੁਣ ਲਓ, ਇੱਕ ਮਿੰਟ ਗੱਲ ਸੁਣੋ। ਤਰੀਕੇ ਨਾਲ ਮੁਖਾਲਫਤ ਕਰਿਆ ਕਰ। 40 ਮਿੰਟ ਦੀ ਗੁਫ਼ਤਗੂ ਹੋ ਗਈ ਹੈ, ਰਿਕਾਰਡਿੰਗ ਹੋ ਰਹੀ ਹੈ, ਲੋਕੀ ਸੁਣ ਕੇ ਫੈਸਲਾ ਆਪੇ ਹੀ ਕਰ ਲੈਣਗੇ। ਮੈਂ ਇੱਕ ਗੱਲ ਨਹੀਂ ਤੁਹਾਨੂੰ ਕੱਢੀ ਯਾਰ। ਮੈਂ ਕਾਦੀਆਨੀ ਦੀਆਂ ਤੁਹਾਨੂੰ ਮੈਂ ਗਾਲਾਂ ਪੜ ਕੇ ਸੁਣਾਈਆਂ ਔਰ ਤੁਸੀਂ ਵੀ ਮੈਨੂੰ ਗਾਲਾਂ ਕੱਢੀਆਂ ਔਰ ਤੁਸੀਂ ਇਹਦਾ ਜਵਾਬ ਕੋਈ ਨਹੀਂ ਦਿੱਤਾ ਔਰ ਬਲਕਿ ਤੁਸੀਂ ਕਿਹਾ ਜੀ ਇਹ ਤੇ ਮਸੀਹ ਮੌਤ ਦਾ ਕੰਮ ਹੈ ਕਿ ਉਹ ਗਾਲਾਂ ਕੱਢੇ। ਮੈਂ ਤੇ ਲਫ਼ਾਜ਼ ਹੀ ਨਹੀਂ ਬੋਲਿਆ। ਤੂੰ ਮੈਨੂੰ ਮਜਬੂਰ ਕਰ ਦਿੱਤਾ। ਤੂੰ ਮੂੰਹ ਮੰਗਣ ਦਿਆ ਵਾ, ਤੂੰ ਮੂੰਹ ਮੰਗਣ ਦਿਆ ਮੈਨੂੰ ਗਾਲਾਂ ਕੱਢ। ਤੂੰ ਜਦੋਂ ਮੂੰਹ ਮੰਗਣ ਦਿਆ ਮੈਨੂੰ ਗਾਲਾਂ ਕੱਢ ਤੇ ਫਿਰ ਤੈਨੂੰ ਕੀ ਕਹਿਣਾ ਸੀ? ਉਹ ਤੇ ਐਵੇਂ ਤਬਲੀਗ, ਇਸ ਤੋਂ ਬਗੈਰ ਤਬਲੀਗ ਹੁੰਦੀ ਨਹੀਂ ਯਾਰ। ਗੱਲ ਮੁਬਸ਼ਰ ਹੈ, ਤੂੰ ਮੂੰਹ ਕਾਦੀਆਨੀ ਜਦੋਂ ਗਾਲਾਂ ਕੱਢ ਕੇ ਤਬਲੀਗ ਕਰਦਾ ਤੇ ਤੁਹਾਨੂੰ ਕੀ ਪੀੜ ਪੈਂਦੀ ਹੈ? ਮੈਨੂੰ ਇਹ ਦੱਸ ਤੂੰ ਮੂੰਹ ਮੰਗਣ ਦਿਆ ਮੈਨੂੰ ਗਾਲਾਂ ਕੱਢ, ਫਿਰ ਮੈਨੂੰ ਇਹ ਦੱਸ ਤੂੰ ਸਾਡੇ ਖਲੀਫਾ ਨੂੰ ਕਹਿਣ ਦਿਆ ਉਹਨੂੰ ਕੁਰਾਨ ਨਹੀਂ ਪੜ੍ਹਨਾ ਆਉਂਦਾ। ਤੂੰ ਯਾਰ ਹਯਾ ਵਾਲੀ ਗੱਲ ਕਰਿਆ ਕਰ, ਸਮਝੀ? ਤੈਨੂੰ ਮੇਰੀ ਗੱਲ ਸੁਣ, ਮੈਨੂੰ ਦੱਸੋ, ਲਿਆਓ ਵੀਡੀਓ ਸੁਣਾਓ। ਮੁਖਾਲਫਤ ਤੂੰ ਬੰਦਿਆਂ ਵਾਲੀ ਕਰ। ਇੱਕੋ ਦੀ ਆਇਤ ਉਹਨੇ ਸਹੀ ਪੜ੍ਹੀ ਹੋਏ ਤੇ ਵਹਾ ਦਿਓ ਹੁਣੇ ਹੀ। ਮੁਖਾਲਫਤ ਤੂੰ ਬੰਦਿਆਂ ਵਾਲੀ ਕਰ, ਸਮਝ ਗਈ ਗੱਲ ਦੀ? ਪੜਦਾ ਭਾਈ ਓਏ ਗਲਤ ਪੜਦਾ ਜੇ ਤੇ ਨਾਲੇ ਨਾ ਮਿਰਜ਼ਾ ਮਸਰੂਰ ਸਾਹਿਬ ਨੂੰ ਕਿਹਾ ਕਰੋ ਕਿ ਗਾਲਾਂ ਕੱਢਿਆ ਕਰ, ਫੇਰ ਤਬਲੀਗ ਹੁੰਦੀ ਏ। ਮੇਰੀ ਗੱਲ ਖੁਤਬੇ ਵਿੱਚ ਮਿਰਜ਼ਾ ਕਾਦੀਆਨੀ ਦੀਆਂ ਗਾਲਾਂ ਪੜ੍ਹ ਕੇ ਕਮ ਅਜ਼ ਕਮ ਸੁਣਾ ਦਿਆ ਕਰ। ਉਹ ਮੇਰੀ ਗੱਲ ਸੁਣ, ਜਿਵੇਂ ਦੀ ਤੂੰ ਗਲੀਜ਼ ਇਸਤੇਮਾਲ ਜ਼ਬਾਨ ਕਰਦਾ ਨਾ, ਤੈਨੂੰ ਉਸ ਤੋਂ ਕਿਹਾ ਸੀ ਵੀ ਯਾਰ ਸਿਆਣਿਆਂ ਦੀ ਮਿਸਾਲ ਆ ਕਿ ਬੇਵਕੂਫ ਸੱਜਣ ਨਾਲੋਂ ਅਕਲਮੰਦ ਦੁਸ਼ਮਣ ਬਿਹਤਰ ਆ। ਮੁਖਾਲਫਤ ਕਰਿਆ ਕਰ, ਕਿਤੇ ਅਕਲ ਦੇ ਨਾਲ ਕਰਿਆ ਕਰ, ਦਲਾਇਲ ਨਾਲ ਗੱਲ ਕਰਿਆ ਕਰ, ਸੁਲਝੀ ਗੱਲ ਕਰਿਆ ਕਰ। ਤੂੰ ਤੇ ਏਡੀ ਗਲੀਜ਼ ਹਰਕਤ ਕਰਦਾ ਵਾ ਜਿਹਦਾ ਕੋਈ ਹਿਸਾਬ ਹੀ। ਦਲੀਲ ਦੇ ਨਾਲ ਕਰਨਾ ਵਾ, ਤੁਹਾਡੀਆਂ ਕਿਤਾਬਾਂ ਪੜ੍ਹ ਕੇ ਤੁਹਾਡੀ ਮੁਖਾਲਫਤ ਕਰਨਾ ਵਾ। ਇਹਨੇ ਮੈਂ ਤੁਹਾਡੀਆਂ ਕਿਤਾਬਾਂ ਦੇ ਹਵਾਲੇ ਦਿੱਤੇ, ਕੋਈ ਇੱਕ ਜਵਾਬ ਤੁਸੀਂ ਦਿੱਤਾ ਹੋਵੇ ਮੈਂ ਤੁਹਾਡੀ ਮੁਖਾਲਫਤ ਜ਼ਰੂਰ ਕਰਨਾ ਵਾ, ਲੇਕਿਨ ਦਲੀਲ ਦੇ ਨਾਲ ਕਰਨਾ ਵਾ। ਤੁਹਾਡੀਆਂ ਕਿਤਾਬਾਂ ਪੜ੍ਹ ਕੇ ਤੁਹਾਨੂੰ ਸੁਣਾਣਾ ਵਾ ਤੇ ਤੁਸੀਂ ਉਹਦਾ ਨਾਮ ਰੱਖ ਛੜਿਆ ਜੀ ਤੂੰ ਗਾਲਾਂ ਕੱਢਣਾ। ਤੂੰ ਬਿਲਕੁਲ ਦਲੀਲ ਨਾਲ ਨਹੀਂ ਕਰਦਾ, ਨਾ ਤੂੰ ਉੱਤੋਂ ਕੰਟੈਕਸਟ ਪੜਦਾ, ਨਾ ਤੂੰ ਥੱਲੋਂ ਪੜ। ਦਲੀਲਾਂ ਨਹੀਂ ਦਿੱਤੀਆਂ ਹੋਰ ਤਾਂ ਗੱਲ ਸੁਣ, ਨਾ ਤੂੰ ਗੱਲ ਸੁਣ ਯਾਰ, ਉਹ ਗੱਲ ਸੁਣ, ਨਾ ਤੂੰ ਗੱਲ ਸੁਣੋ ਤੇ ਸਹੀ ਨਾ। ਹੁਣ ਸਾਹ ਵੀ ਤਾਂ ਲਵੋ। ਤੂੰ ਤਾਂ ਕਹਿੰਦੀ ਦਲੀਲ ਕੋਈ ਨਹੀਂ ਤੂੰ ਦਿੱਤੀ। ਇਹ ਰੂਹਾਨੀ ਜਿਲਦ 22 ਸਫਾ 246 ਦੇ ਉੱਤੇ ਮਿਰਜ਼ਾ ਕਾਦੀਆਨੀ ਆਪਣਾ ਮੋਜਜ਼ਾ ਦੱਸਦਾ ਆਂਦਾ ਹੈ। 16 ਦਿਨ ਤੱਕ
ਪਛਵਾੜੇ ਵਿੱਚੋਂ ਖੂਨ ਆਂਦਾ ਰਿਹਾ ਤੇ ਦਰਦ ਬੜਾ ਸੀ, ਪੀੜ ਬੜੀ ਹੁੰਦੀ ਸੀ। ਇਹ ਦੱਸੋ ਕਿ ਮਸੀਹ ਮੌਤ ਦੀ ਕੋਈ ਇੰਜ ਦਾ ਮੌਜੂਦਾ ਲਿਖਿਆ ਹੋਏ ਕੁਰਾਨ ਦੀ ਵਿੱਚ? ਦੱਸੋ। ਹੁਣ ਗੱਲ ਸੁਣੇਗਾ? ਹਾਂ ਸੁਣਾਓ ਯਾਰ ਇਹ ਬਿਮਾਰੀ ਜਿਹੜੀ ਕੋਈ ਵੀ ਆ, ਬਿਮਾਰੀ ਮਸੀਹ ਮੌਤ ਦੀ ਮੌਜੂਦਾ ਦੱਸਿਆ ਹੋਏ ਕੁਰਾਨ ਦੀ ਵਿੱਚ? ਬਿਮਾਰੀ ਯਾਰ ਕੁਰਾਨ ਦੀ ਵਿੱਚ ਮੌਜੂਦਾ ਦੱਸਿਆ ਹੋਵੇ ਕਿ ਮੈਂ ਤੇਰੀ ਸਾਰੀ ਸੁਣੀ ਕਿ ਉਹਦੇ ਪਛਵਾੜੇ ਦੇ ਵਿੱਚ ਖੂਨ ਆਏਗਾ। ਮਬਸ਼ਰ ਮੈਂ ਤੇਰੀ ਸਾਰੀ ਸੁਣੀ ਗੱਲ, ਮੈਂ ਨਹੀਂ ਬੋਲਿਆ। ਹੁਣ ਮੇਰੀ ਵੀ ਗੱਲ ਸੁਣ, ਸਮਝੇਗਾ? ਗੱਲ ਇਹ ਆ ਕਿ ਬਿਮਾਰੀ ਕਿਸੇ ਨੂੰ ਕੋਈ ਲੱਗਣਾ, ਕੋਈ ਬਿਮਾਰ ਹੋਣਾ ਕੋਈ ਬੜੀ ਗੱਲ ਨਹੀਂ। ਖੁਦਾ ਤਆਲਾ ਦੇ ਬੜੇ ਬੜੇ ਨਾ ਕਰੋ। ਉਹਨੇ ਦੀ ਤਾਕਤ ਦਾ ਇਜ਼ਹਾਰ ਕਰਵਾਇਆ ਸੀ, ਤਾਂ ਵਾਸਤੇ ਖੂਨ ਆਇਆ ਸੀ। ਇਸਲਾਮੀ ਕੁਰਬਾਨੀ ਸਫਾ 12 ਦੇ ਉੱਤੇ ਕਾਦੀ ਯਾਰ ਮੁਹੰਮਦ ਲਿਖਦਾ ਪਿਆ। ਮਿਰਜ਼ਾ ਕਾਦੀਆਨੀ ਨੇ ਇਹ ਜਿਹੜੀ ਸੀ ਹਮ ਜਿਨਸ ਪ੍ਰਸਤੀ ਕਰਵਾਈ ਸੀ, ਉਹਦੀ ਵਜ੍ਹਾ ਤੋਂ ਉਹਨੂੰ ਖੂਨ ਆਇਆ ਹੈ। ਮੇਰੀ ਗੱਲ ਸੁਣ ਮੁਬਸ਼ਰ, ਨਾ ਤੂੰ ਅੱਗੋਂ ਪੜਦਾ ਵਾ ਨਾ ਤੂੰ ਪਿੱਛੋਂ ਪੜਦਾ ਵਾ, ਨਾ ਅੱਗੋਂ ਪੜਦਾ ਨਾ ਪਿੱਛੋਂ ਪੜਦਾ। ਵਿੱਚੋਂ ਜਿਹੜੀ ਇੱਕ ਲਾਈਨ ਹੈ ਨਾ, ਮੇਰੇ ਕੋਲ ਕਿਤਾਬ ਹੈ ਨਹੀਂ। ਮੇਰੀ ਗੱਲ ਤੂੰ ਉਹ ਗੱਲ ਕਰਨ ਦਿਆਂ ਕਿ ਜਿਵੇਂ ਕੁਰਾਨ ਪਾਕ ਦੇ ਵਿੱਚ ਆ ਕਿ ਨਮਾਜ਼ ਪੜ੍ਹ ਕੇ ਸੁਣਾਓ ਨਾ ਮੈਨੂੰ, ਕਿਉਂ ਨਹੀਂ ਸੁਣਾਉਂਦੇ? ਗੱਲ ਸੁਣ, ਜਿਵੇਂ ਕੁਰਾਨ ਪਾਕ ਦੇ ਵਿੱਚ ਆ ਕਿ ਨਮਾਜ਼ ਕੇ ਕਰੀਬ। ਚੱਕਰ ਕੀ ਹੈ? ਮਿਰਜ਼ਾ ਕਾਦੀਆਨੀ ਨੂੰ ਗਲਤ ਕੰਮਾਂ ਦੀ ਕਿਉਂ ਆਦਤ ਪਈ ਸੀ ਕਿ ਖੂਨ ਆਂਦਾ ਰਿਹਾ? ਯਾਰ ਗੱਲ ਤੇ ਸੁਣ ਲੈ, ਮੇਰੇ ਕੋਈ ਗੱਲ ਤੇ ਸੁਣ ਲੈ। ਮੈਂ ਤੇਰੀ ਸਾਰੀ ਗੱਲ ਨਹੀਂ ਸੁਣੀ, ਮੇਰੀ ਵੀ ਸੁਣੇਗਾ? ਮੇਰੀ ਗੱਲ ਨਹੀਂ ਸੁਣੇਗਾ? ਮੈਂ ਤੇਰੀ ਸੁਣੀ ਨਹੀਂ, ਜਵਾਬ ਹੀ ਨਹੀਂ ਦਿੰਦਾ। ਤੂੰ ਨਾ ਅੱਗੋਂ ਪੜਦਾ ਨਾ ਪਿੱਛੋਂ ਪੜਦਾ। ਜਿਵੇਂ ਕੁਰਾਨ ਪੜੋ, ਸਮਝਾਓ ਤੇ ਸਹੀ। ਗੱਲ ਤੇ ਸੁਣ, ਅੱਗੋਂ ਪੜੋ, 5 ਸਫ਼ੇ ਪੜੋ, 10 ਪੜੋ, ਪੂਰੀ ਕਿਤਾਬ ਪੜੋ ਤੇ ਸਮਝਾਓ ਸਾਨੂੰ, ਪੂਰਾ ਗੱਲ ਸਮਝਾਓ। ਪੂਰਾ ਕੰਟੈਕਸਟ ਨਹੀਂ ਪੜਦਾ ਹੈਗਾ ਤੂੰ, ਵਿੱਚੋਂ ਸਾਨੂੰ ਪੜ੍ਹ ਕੇ ਸੁਣਾਓ ਨਾ। ਇੱਕ ਮਿੰਟ, ਮੇਰੇ ਕੋਲ ਕਿਤਾਬ ਹੀ ਹੈ ਨਹੀਂ। ਮੇਰੀ ਅਰਜ਼ ਤੇ ਸੁਣ ਲਾ ਮੇਰੇ ਪਿਆਰੇ ਭਾਈ। ਜਿਵੇਂ ਕੁਰਾਨ ਪਾਕ ਦੇ ਵਿੱਚ ਲਿਖਿਆ ਵਾ ਕਿ ਨਮਾਜ਼ ਕੇ ਕਰੀਬ ਮਤ ਜਾਓ। ਤੇਰੇ ਵਰਗੇ ਜਿਹੜੇ ਬਹੁਤ ਤੋਤਿਆਂ ਵਾਂਗਰਾਂ ਨਾ ਮੁਰੱਬੀਆਂ ਨੇ ਤੁਹਾਨੂੰ ਰਟਾਈਆਂ ਨੇ ਕਿ ਮੁਰੱਬੀ ਮੱਖੀ ਮਾਰ ਕੇ ਰੱਖੋ ਚੰਗੇ ਯਾਰ। ਜਿਵੇਂ ਤੇਰੇ ਵਰਗੇ ਜਿਹੜੇ ਆਲਮ ਆ ਨਾ, ਉਹ ਸਿਰਫ ਇੰਨਾ ਹੀ ਕਹਿੰਦੇ ਆ ਕਿ ਨਮਾਜ਼ ਕੇ ਕਰੀਬ ਮਤ ਜਾਓ। ਇਹ ਨਹੀਂ ਦੱਸੋ, ਨਾ ਹੀ ਤੁਸੀਂ ਮਿਰਜ਼ਾ ਕਾਦੀਆਨੀ ਦੀ ਗਾਲਾਂ ਦਾ ਜਵਾਬ ਦਿੱਤਾ, ਨਾ ਹੀ ਮਿਰਜ਼ਾ ਕਾਦੀਆਨੀ ਦੇ 10 ਮਹੀਨੇ ਦੇ ਹਮਲ ਦਾ ਕੋਈ ਜਵਾਬ ਦਿੱਤਾ, ਨਾ ਹੀ ਮਿਰਜ਼ਾ ਕਾਦੀਆਨੀ ਦੇ ਪਛਵਾੜੇ ਚ ਜਿਹੜਾ ਖੂਨ ਆਇਆ ਉਹਦਾ ਕੋਈ ਜਵਾਬ ਦਿੱਤਾ। ਤੁਸੀਂ ਜਵਾਬ ਕਿਹੜਾ ਦੇਣਾ? ਦੱਸੋ ਤੁਸੀਂ। ਮੇਰੀ ਗੱਲ ਸੁਣ, ਤੂੰ ਇੱਥੇ ਮਦਰਸੇ 'ਚ ਬੜੇ ਲੋਕਾਂ ਦੇ ਪਛਵਾੜਿਆਂ ਚੋਂ ਖੂਨ ਕੱਢਿਆ ਤੇ ਇਨਸਾਨ ਬਣ ਜਾ। ਮੈਂ ਕਹਿੰਦਾ ਓਨੀ ਦੇਰ ਤੱਕ ਮੌਲਵੀ ਨਹੀਂ ਬਣਦਾ। ਤੁਸੀਂ ਸਨਅਤ ਹੀ ਨਹੀਂ ਦਿੰਦੇ। ਉਹ ਸਾਡੇ 'ਚ ਹਰਾਮ ਹੈ ਉਹ ਭਾਈ। ਅਸੀਂ ਸਨਅਤ ਹੀ ਨਹੀਂ ਦਿੰਦੇ। ਬੜੀ ਪ੍ਰੋਬਲਮ ਹੈ। ਤੁਸੀਂ ਹਰ ਬੰਦੇ ਨੂੰ ਮੁਰੱਬੀ ਸਮਝ ਲੈਂਦੇ ਹੋ ਤੇ ਖਲੀਫਾ ਮਿਰਜ਼ਾ ਮਸਰੂਰ ਸਮਝ ਲੈਂਦੇ ਹੋ। ਤੁਸੀਂ ਮਿਰਜ਼ਾ ਮਸਰੂਰ ਸਮਝ ਲੈਂਦੇ ਤੇ ਮਿਰਜ਼ਾ ਕਾਦੀਆਨੀ ਸਮਝ ਲੈਂਦੇ ਹੋ। ਤੁਸੀਂ ਸਨਅਤ ਹੀ ਨਹੀਂ ਦਿੰਦੇ। ਉਹ ਜਿਵੇਂ ਕੋਈ ਮੌਲਵੀ ਸੀ ਨਾ ਤੇ ਉਹ ਬੱਚੇ ਨਾਲ ਕੋਈ ਗਲਤ ਹਰਕਤ ਕਰਨ ਦਿਆ ਤੋਂ ਸ਼ਿਕਾਇਤ ਲੈ ਕੇ ਆਪਣੇ ਮਾਂ ਪਿਓ ਕੋਲ ਚਲੇ ਗਿਆ ਤਾਂ ਉਹਦੇ ਡਾਂਗਾ ਕੱਢ ਕੇ ਆ ਗਿਆ ਵੀ ਤੂੰ ਇਹ ਕੀ ਕੀਤਾ। ਤਾਂ ਮੌਲਵੀ ਨੇ ਕਿਹਾ ਇੰਜ ਪੜਿਆ ਤੇ ਇੰਜ ਹੀ ਪੜਾਉਣਾ ਵਾ। ਹੁਣ ਮੈਂ ਖੋਲਣ ਲੱਗਾ ਮਿਰਜ਼ੇ ਦੀਆਂ ਕਿਤਾਬਾਂ ਤੇ ਹੁਣ ਚੀਕਾ ਨਾ ਮਾਰਿਆ ਜੇ। ਸੁਣਿਆ ਇੰਜ ਹੀ ਪੜਿਆ ਤੇ ਇੰਜ ਹੀ ਪੜਾਉਣਾ ਵਾ। ਮਿੰਟ ਫਿਰ ਹੁਣ ਚੀਕਾ ਨਹੀਂ ਮਾਰਨੀਆਂ। ਐਲੋ ਮੈਂ ਚੀਕਾ ਨਹੀਂ ਮਾਰਦਾ, ਪਰ ਤੂੰ ਬੰਦਿਆਂ ਵਾਲੀ ਗੱਲ ਕਰ। ਮੈਂ ਨਹੀਂ ਚੀਕਾ ਮਾਰਦਾ। ਚੁੱਪ ਕਰਕੇ। ਕਿਤਾਬ ਦਾ ਨਾਮ ਹੈ ਜੀ ਮਿਰਕਾਤੁਲ ਯਕੀਨ ਫੀ ਹਯਾਤੀ ਨੂਰੁਦੀਨ। ਸਫਾ 80 ਤੇ 81 ਦੇ ਉੱਤੇ ਲਿਖਿਆ ਹੈ ਕਿ ਹਕੀਮ ਨੂਰੁਦੀਨ ਦਾ ਇੱਕ ਸ਼ਾਗਿਰਦ ਸੀ। ਉਹ ਉਹਦੇ ਨਾਲ ਬੱਚੇਬਾਜ਼ੀ ਕਰਦਾ ਹੁੰਦਾ ਸੀ। ਔਰ ਜਾਣਦੇ ਨਾ ਝੂਠ ਬੋਲ, ਇਹ ਬਤਾ ਨਾ ਜਿਵੇਂ ਮੈਂ ਤੇਤੇ ਮਰਦੀ ਆਈ ਆ। ਜਿਹੜੀ ਮੈਨੂੰ ਮਿਰਜ਼ੇ ਕਾਦੀਆਨੀ ਦੀ ਸਜ਼ਾ ਉਹ ਮੇਰੀ ਸਜ਼ਾ। ਜਾਓ। ਅੱਛਾ ਭਾਈ ਬਸ਼ਰ ਇੱਕ ਮਿੰਟ ਗੱਲ ਸੁਣਦਾ ਵਾ। ਬਸ਼ਰ ਸਾਹਿਬ ਗੱਲ ਸੁਣਦੇ। ਕਾਦੀਆਨੀ ਨੂੰ ਸਜ਼ਾ ਮਿਲੀ ਸੀ ਉਹ ਮੇਰੀ ਸਜ਼ਾ। 26 ਮਈ ਇੱਕ ਮਿੰਟ ਗੱਲ ਸੁਣਦਾ। ਟੱਟੀ ਖਾਨੇ ਲੈਟਰੀਨ ਦੇ ਵਿੱਚ। ਇੱਕ ਮਿੰਟ ਚਲੋ ਮੈਂ ਵੀ ਖਾਨੇ ਲੈਟਰੀਨ ਚ ਮਰਾਂ। ਜਾਓ। ਇੱਕ ਮਿੰਟ ਗੱਲ ਸੁਣ। ਸਮਝ ਗੱਲ ਦੀ। ਚੀਕਾਂ ਨਹੀਂ ਮਾਰਨੀਆਂ, ਜਵਾਬ ਵੀ ਚਾਹੀਦਾ। ਇੱਕ ਮਿੰਟ ਗੱਲ ਸੁਣ। ਅਗਰ ਭਾਈ ਮੈਂ ਨਮਾਜ਼ ਪੜ੍ਹਨ ਲੱਗਾ, ਮੇਰੇ ਤਹਜਦ ਦਾ ਇੱਥੇ ਕਰਦੇ ਹੋ ਗੱਲ ਸੁਣ। ਮੁਰੱਬੀ ਦੀ ਡਿਗਰੀ ਉਹਨਾਂ ਦੀ ਲੱਭਦੀ ਕੋਈ ਨਹੀਂ। ਉਨੀ ਦਾ ਆਪਣੀ ਬੱਚੀ ਨੂੰ ਉਹ ਮਿਰਜ਼ਾ ਮਸਰੂਰ ਨੇ ਜਿਹੜਾ ਗੇਮ ਪਾਈ ਉਹਦੇ ਨਾਲ ਉਹਦੀ ਕਾਲ ਲੀਕ ਹੋਈ। ਯਾਰ ਗੇਮ ਪਾ ਰਹੇ। ਅੱਜ ਤੋਂ ਬਾਅਦ ਅਗਰ ਤੇਰੇ ਨਾਲ ਮੈਂ ਗੁਫ਼ਤਗੂ ਕਰ ਜਾਵਾਂ ਤੇ ਮੈਂ ਸਭ ਤੋਂ ਵੱਡਾ
ਚਵਲ ਇਨਸਾਨ ਆ, ਉਹ ਤੇਰਾ ਭਲਾ ਹੋ ਜਾਏ ਯਾਰ, ਤੂੰ ਇੰਜ ਦਾ ਗਲੀਸ ਬੰਦਾ। ਓਏ ਹੋਏ 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 ਕਿਤਾਬਾਂ ਪੜ੍ਹਦੇ ਹੋ, ਮਿਰਜ਼ੇ ਦੀਆਂ ਕਿਤਾਬਾਂ ਪੜ੍ਹਦੇ ਹੋ। ਲੇਕਿਨ ਗੱਲ ਸੁਣ ਮੇਰੀ, ਗੱਲ ਸੁਣ ਮੇਰੀ, ਤੁਹਾਡੀਆਂ ਕਿਤਾਬਾਂ ਹੀ ਸਭ ਕੁਝ ਲਿਖਿਆ ਹੈ। ਉਹ ਗੱਲ ਸੁਣੋ ਮੇਰੀ, ਉਹ ਗੱਲ ਸੁਣ ਭਰਾ, ਗੱਲ ਸੁਣ। ਮੈਂ ਹੁਣ ਪੜ੍ਹਨ ਲੱਗਾ ਨਮਾਜ਼, ਤੇ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਗੱਲ ਨਹੀਂ ਕਰਦਾ। ਮੈਂ ਤੇ ਸਿਰਫ ਤੈਨੂੰ ਕਹਿਣ ਲੱਗਾ, ਮੇਰੀ ਗੱਲ ਸੁਣ ਯਾਰ, ਮੇਰੀ ਹੁਣ 2 ਮਿੰਟ ਦੀ ਗੱਲ ਸੁਣ ਲੈ, ਸਿਰਫ 2 ਮਿੰਟ। ਹੁਣ ਕੋਈ ਮੈਂ ਅੱਜ ਤੋਂ ਜਵਾਬ ਨਹੀਂ ਦੇਣਾ, ਬਿਲਕੁਲ ਦੌੜਨ ਲੱਗਾ, ਦੌੜਨ ਲੱਗਾ ਮੈਂ ਦੌੜਾ, ਅੱਜ ਤੋਂ ਬਾਅਦ ਗੱਲ ਨਹੀਂ ਕਰਨੀ। ਜਵਾਬ ਕੋ ਨਹੀਂ ਕਾਦੀਆਨੀ ਕੋਲ, ਉਹ ਗੱਲ ਸੁਣ ਯਾਰ, ਗੱਲ ਤੇ ਸੁਣ। ਕਾਦੀਆਨੀ ਇੰਜੀ ਕਰਦਾ ਹੈ, ਹਰ ਕਾਦੀਆਨੀ। ਗੱਲ ਤੇ ਸੁਣੇਗਾ ਕਿ ਗੱਲ ਕੋਈ ਨਹੀਂ ਕਰਨੀ, ਕਿਉਂਕਿ ਮੇਰੇ ਕੋਲ ਜਵਾਬ ਹੀ ਕੋਈ ਨਹੀਂ। ਗੱਲ ਸੁਣ ਲੈਗਾ ਕਿ ਨਹੀਂ? ਗੱਲ ਸੁਣ ਲੈਗਾ ਕਿ ਨਹੀਂ? ਸੁਣਾਓ। ਜਵਾਬ ਅੱਲਾਹ ਤਾਲਾ ਦੇ ਫਜ਼ਲ ਨਾਲ ਬੜੇ। ਮੈਂ ਸਿਰਫ ਤੇਰੇ ਨਾਲ ਕਾਲ ਕੀਤੀ ਸੀ, ਮਿਰਜ਼ੇ ਦੀਆਂ ਗਾਲਾਂ ਯਾਰ, ਗੱਲ ਤੇ ਸੁਣ ਲੈ। ਮਿਰਜ਼ੇ ਕਾਦੀਆਨੀ ਨੇ ਜਿਹੜੀ ਰਜੂਲੀਅਤ ਦੀ ਤਾਕਤ ਦਾ ਇਜ਼ਹਾਰ ਕਰਾਇਆ ਤੇ 16 ਦਿਨ ਤੱਕ ਮੱਕਾ ਚੋਂ ਖੂਨ ਆਂਦਾ ਰਿਹਾ, ਉਹਦਾ ਕੋਈ ਜਵਾਬ ਦਿੱਤਾ ਹੈ? ਯਾਰ ਗੱਲ ਤੇ ਸੁਣ ਲੈ, ਮੈਂ ਤੇਰੀਆਂ ਸਾਰੀਆਂ ਸੁਣਨ ਦਿਆਂ, ਮੈਂ ਤੇਰੀਆਂ ਸਾਰੀਆਂ ਸੁਣਨ ਦਿਆਂ। ਕੋਈ ਦਿੱਤਾ ਹੈ ਤਾਂ ਦੱਸੋ ਕਿ ਮੈਂ ਇਹ ਜਵਾਬ ਦਿੱਤਾ ਹੈ। ਕਿਹੜਾ ਜਵਾਬ ਦਿੱਤਾ ਜੀ? ਅੱਗੇ ਗੱਲ ਕਰ। ਕਿਹੜਾ ਜਵਾਬ ਦਿੱਤਾ ਹੈ ਦੱਸੋ ਨਾ ਜੀ। ਅੱਗੇ ਗੱਲ, ਅੱਗੇ ਗੱਲ ਕਰ ਭਾਈ, ਪਿਛਲੀ ਤੇ ਪਹਿਲੇ ਮਕਾਓ, ਅੱਗੇ ਕਰ, ਅੱਗੇ ਕਰ। ਯਾਰ ਹੁਣ ਮੇਰੀ ਸੁਣੇਗਾ ਕਿ ਨਹੀਂ? ਮੇਰੀ ਸੁਣੇਗਾ ਕਿ ਨਹੀਂ? ਮੇਰੀ ਸੁਣੇਗਾ ਕਿ ਨਹੀਂ? ਮੇਰੀ ਸੁਣੇਗਾ ਕਿ ਨਹੀਂ? ਜਵਾਬ। ਮੈਂ ਸਿਰਫ ਤੈਨੂੰ ਇਸ ਕੰਮ ਵਾਸਤੇ ਫੋਨ ਕੀਤਾ ਸੀ। ਗੱਲ ਅੱਗੋਂ ਗੱਲ ਤੋਂ ਗੱਲ ਲੱਗਦੀ ਗਈ ਵੀ ਮੇਰੇ ਮੋਹਸਨ ਭਰਾ ਨਾ ਗਾਲਾਂ ਕੱਢਿਆ ਕਰ, ਸਾਡਾ ਕੋਈ ਨਹੀਂ। ਮਿਰਜ਼ਾ ਕੱਢਦਾ, ਮੈਂ ਨਹੀਂ ਕੱਢਦਾ। ਮਿਰਜ਼ਾ ਦੀਆਂ ਗਾਲਾਂ ਦਾ ਜਵਾਬ ਦਿਓ ਯਾਰ। ਗੱਲ ਤੇ ਸੁਣ ਲਾ ਕਿ ਨਹੀਂ? ਮੈਂ ਤੇਰੀ ਸਾਰੀ ਗੱਲ ਸੁਣਦਾ ਵਾਂ ਮੁਬਸ਼ਰ, ਇਹੋ ਹੀ ਤੇਰੀ ਭੈੜੀ ਖਾਮੀ ਆ। ਗੱਲ ਤੇ ਸੁਣ, ਤੂੰ 2 ਮਿੰਟ ਬੋਲ ਲਾ, 2 ਮਿੰਟ 3 ਮਿੰਟ ਬੋਲ ਲਾ, 2-3 ਮਿੰਟ ਬੋਲ। ਮੈਂ ਕੋਈ ਨਹੀਂ ਕੱਢਦਾ, ਤੁਹਾਨੂੰ ਜਵਾਬ ਤੁਹਾਨੂੰ 2-3 ਮਿੰਟ ਬੋਲ ਲਾ, 2-3 ਮਿੰਟ ਬੋਲ ਲਾ, 2-3 ਮਿੰਟ ਬੋਲ ਲਾ, ਹੋਰ ਬੋਲ। ਹੁਣ ਫਿਰ ਚੁੱਪ ਕਰਿਆ ਜੀ। ਉਹ ਮੈਂ ਇਹ ਕਿਹਾ ਜੀ, ਮੈਂ ਕਿਹਾ ਮੈਂ ਗਾਲਾਂ ਕੋਈ ਨਹੀਂ ਕੱਢਦਾ, ਮੈਂ ਤਾਂ ਮਿਰਜ਼ੇ ਕਾਦੀਆਨੀ ਦੀਆਂ ਗਾਲਾਂ ਪੜ੍ਹ ਕੇ ਤੁਹਾਨੂੰ ਸੁਣਾਉਣਾ ਵਾ, ਹਵਾਲੇ ਦੇਣਾ ਵਾ ਕਿ ਅੱਜ ਤੱਕ ਮੈਨੂੰ ਕਿਸੇ ਕਾਦੀਆਨੀ ਨੇ ਜਵਾਬ ਕੋਈ ਨਹੀਂ ਦਿੱਤਾ, ਤੁਸੀਂ ਵੀ ਕੋਈ ਨਹੀਂ ਦਿੱਤਾ। ਬਸ ਉਲਟਾ ਤੁਸੀਂ ਮੈਨੂੰ ਕਹਿੰਦੇ ਹੋ ਨਹੀਂ ਤੂੰ ਗਾਲਾਂ ਨਾ ਕੱਢਿਆ ਕਰ। ਬਾਈ ਇਹੋ ਹੀ ਨਸੀਹਤਾਂ ਮਿਰਜ਼ੇ ਨੂੰ ਕਿਉਂ ਨਹੀਂ ਕਰਦੇ ਤੁਸੀਂ ਕਿ ਮਿਰਜ਼ਾ ਕਾਦੀਆਨੀ ਤੂੰ ਗਾਲਾਂ ਕਿਉਂ ਕੱਢਦਾ ਸੈਂ? ਕਦੀ ਪੁੱਛਿਆ ਜੇ ਤੁਸੀਂ ਮਿਰਜ਼ੇ ਨੂੰ ਕਿ ਭਾਈ ਮਿਰਜ਼ਾ ਕਾਦੀਆਨੀ ਤੂੰ ਗਾਲਾਂ ਕਿਉਂ ਕੱਢਦਾ ਰਿਹਾ ਲੋਕਾਂ ਨੂੰ? ਠੀਕ ਹੋ ਗਿਆ, ਦਵੋ ਜਵਾਬ। ਹੁਣ ਮੈਂ ਬੋਲਿਆ ਕਿ ਨਹੀਂ? ਹਾਂਜੀ ਜਵਾਬ ਦਿਓ। ਇਨਸਾਨੀਅਤ ਦਾ ਔਰ ਸ਼ਰਾਫਤ ਦਾ ਤਕਾਜ਼ਾ ਕਿ ਤੂੰ ਵੀ ਨਹੀਂ ਬੋਲ। ਬਿਲਕੁਲ ਠੀਕ ਹੈ, ਜਵਾਬ ਚਾਹੀਦਾ ਇਹਦਾ। ਹੋਰ ਗੱਲ ਕਰ ਲੈ ਜੇ ਕਰਨੀ ਹੈ। ਉਹ ਭਾਈ ਜਵਾਬ ਇਹਦਾ ਨਾ ਦਿਓਗੇ ਤਾਂ ਫਿਰ ਮੈਂ ਵਿੱਚ ਬੋਲਾਂਗਾ। ਤੁਸੀਂ ਮੈਨੂੰ ਗੱਪਾਂ, ਕਮਾਲ ਦੀ ਗੱਲ, ਮੈਂ ਤੇਰੇ ਨਾਲ ਬੰਦ ਫੋਨ ਕਰਨ ਲੱਗਾ, ਤੁਸੀਂ ਮੈਨੂੰ ਕਹਾਣੀਆਂ ਸੁਣਾ। ਮੈਨੂੰ ਜਵਾਬ ਚਾਹੀਦਾ ਯਾਰ। ਤੂੰ ਜਿੰਨੀਆਂ ਵੀ ਕਹਾਣੀਆਂ ਸੁਣਾ ਲਾ, ਮੈਂ ਨਹੀਂ ਬੋਲਦਾ। ਚਲੋ ਜਿੰਨੀਆਂ ਵੀ ਕਹਾਣੀਆਂ ਸੁਣਾਉਣੀਆਂ ਸੁਣਾ। ਕੌਣ ਲੱਗਾ ਮੈਂ ਇਹਦਾ ਜਵਾਬ ਦਿਓ। ਅੱਲਾਹ ਖੁਸ਼ ਰੱਖੇ, ਜਜ਼ਾਕ ਅੱਲਾ, ਬੜੀ ਮਿਹਰਬਾਨੀ। ਮੇਰੇ ਪਿਆਰੇ ਭਾਈ, ਮੈਂ ਤੈਨੂੰ ਸਿਰਫ ਇਸ ਵਾਸਤੇ ਕਾਲ ਕੀਤੀ ਸੀ ਕਿ ਜਿਹੜਾ ਤੂੰ ਬਤਾਨ ਗਲਤ ਚੀਜ਼ਾਂ ਲਮਨਾ ਨਾ, ਸਮਝੀ ਗੱਲ ਦੀ, ਇਹ ਨਾ ਲਾਇਆ ਕਰ, ਨਾ ਗਾਲਾਂ ਕੱਢਿਆ ਕਰ, ਮੁਖਾਲਫਤ ਕਰ, ਰੱਜ ਕੇ ਕਰ, ਲੇਕਿਨ ਸੱਚਾਈ ਨੂੰ ਸਾਹਮਣੇ ਰੱਖ ਕੇ ਅਦਲੋ ਅਮਾਨੀ ਆਪਣੇ ਜ਼ਹਿਨ ਨੂੰ ਸੋਚ ਕੇ ਵੀ ਇੱਥੋਂ ਇਹ ਬੰਦਾ ਸੱਚਾ ਵਾ ਤੇ ਤੂੰ ਸੱਚੇ ਨੂੰ ਵੀ ਝੂਠਾ ਨਾ ਕਿਹਾ ਕਰ। ਸਮਝੀ ਗੱਲ ਦੀ? ਤੂੰ ਜਾਣ ਕੇ ਇੱਕ ਬੰਨੇ, ਤੈਨੂੰ ਪਤਾ ਵਾ ਮੈਂ ਇਸ ਚੀਜ਼ ਦਾ ਦਾਵਾ ਕਰਕੇ ਕਹਿਣਾ ਵਾ ਕਿ ਜਦੋਂ ਤੂੰ ਰਾਤ ਸੌਂਦਾ ਨਾ ਤੇ ਤੈਨੂੰ ਜ਼ਰੂਰ ਪਤਾ ਵਾ ਕਿ ਮੇਰੀ ਗੱਲ ਸੁਣ ਯਾਰ, ਮੈਂ ਬੋਲਿਆ ਕਰ ਗੱਲ। ਮੈਂ ਸੈਮੀਨਾਰ ਲੈਟਰੀਨ ਚ ਬੈਠਾ ਜੇ ਜਿੱਥੇ ਮਿਰਜ਼ਾ ਸਾਹਿਬ ਮਰੇ ਸਨ, ਪਾਣੀ ਦੀ ਆਵਾਜ਼ ਆ ਰਹੀ ਹੈ ਤੁਹਾਨੂੰ? ਇਹ ਵੇਖੋ ਆਵਾਜ਼ ਆ ਰਹੀ ਹੈ ਗਟਰ ਦੀ, ਆ ਰਹੀ ਹੈ ਨਾ? ਤੇ ਏਡੀ ਮੁਕੱਦਸ ਜਗ੍ਹਾ ਤੇ ਮੈਂ ਬਹਿ ਕੇ ਗੱਲ ਕਰ ਰਿਹਾ ਤੁਹਾਡੇ ਨਾਲ, ਤੇ ਮੈਨੂੰ ਜਵਾਬ ਤੇ ਦਿਓ ਨਾ ਯਾਰ, ਇੰਝ ਨਾ ਕਰੋ। ਦੇਖ ਲਓ 26 ਮਈ ਆਉਂਦੀ ਹੈ ਪਈ ਤੇ ਤੁਹਾਡੀ ਤੇ ਈਦ ਹੈ। ਮਿਰਜ਼ਾ ਸਾਹਿਬ ਯਾਰ ਗੱਲ ਸੁਣੇਗਾ ਕਿ ਨਹੀਂ? ਵੇਖ ਲਾ ਤੂੰ ਕਿਵੇਂ ਦੀਆਂ ਗੱਲਾਂ ਕਰਦਾ ਤੇ ਮੇਰਾ ਹੌਸਲਾ ਵੇਖ ਲਾ। ਮਿਰਜ਼ਾ ਕਾਦੀਆਨੀ ਨਹੀਂ ਮਰਿਆ ਲੈਟਰੀਨ ਚ, ਐਵੇਂ ਨਾ ਕਰੋ ਜੱਟ ਸਾਹਿਬ, ਤੇ ਲੜ ਪੈਣਾ ਮੈਂ ਤੁਹਾਡੇ ਨਾਲ। ਯਾਰ ਗੱਲ ਸੁਣ ਮੇਰੀ, ਮੈਂ ਤੈਨੂੰ ਕੁਰਾਨ ਦੇ ਉੱਤੇ ਹੱਥ ਰੱਖ ਕੇ ਕਹਿ ਸਕਦਾ ਕਿ ਨਹੀਂ ਫੌਤ ਹੋਇਆ। ਕੁਰਾਨ ਦੇ ਉੱਤੇ ਵੇਖ ਲਾ ਮੁਬਸ਼ਰ, ਤੇਰੀ ਇਨਸਾਨੀਅਤ ਦਾ ਤਕਾਜ਼ਾ ਵਾ। ਮੈਂ ਕੁਰਾਨ ਦੇ ਉੱਤੇ ਹੱਥ ਰੱਖ ਕੇ ਕਹਿ ਸਕਦਾ ਕਿ ਨਹੀਂ ਹੋਏ ਉਹ ਫੌਤ, ਤੂੰ ਮੇਰਾ ਝੂਠ ਬੋਲੀ। ਯਾਰ ਆਖਰੀ ਗੱਲ ਯਾਰ, 26 ਮਈ ਦੀ ਈਦ ਮੁਬਾਰਕ ਹੋਏ ਮੇਰੀ ਤਰਫੋਂ, ਕਬੂਲ ਕਰੋ ਯਾਰ। ਤੂੰ ਜਾਣ ਕੇ ਝੂਠ ਬੋਲੀ ਹੁੰਦਾ, ਮੈਂ ਕੁਰਾਨ ਉੱਤੇ ਹੱਥ ਰੱਖ ਕੇ ਕਹਿ ਸਕਦਾ। ਮੇਰੀ ਗੱਲ ਤੇ ਸੁਣ ਲਾ, ਲੈਟਰੀਨਾਂ ਵਗੈਰਾ ਸਜਾਉਂਦੇ ਹੋ ਕਿ ਨਹੀਂ 26 ਮਈ ਨੂੰ? ਵੇਖ ਲਾ ਮੁਬਸ਼ਰ, ਵੇਖ ਲਾ, ਵੇਖ ਲਾ, ਤੂੰ ਤੰਗ ਕਰਦਾ ਵਾ, ਮੁਕੱਦਸ ਦਿਨ ਤੰਗ ਕਰਦਾ ਕਿ ਤੇਰੇ ਨਾਲ ਬਦਤਮੀਜ਼ੀ ਕੀਤੀ ਜਾਵੇ, ਤੰਗ ਕਰਦਾ ਬਦਤਮੀਜ਼ੀ।
सीरतुल महदी यार तू जिल्द अव्वल, सीरतुल महदी जिल्द अव्वल सफा 9, 10, 11, यार 12 से लिए क्यों झूठा दे यानी लटरीन च मरिया। जाओ पढ़ो जाए। क्यों झूठा दे पुल बननी आंदा, क्यों झूठा दे पुल बननी आंदा, क्यों झूठा दे पुल बननी आंदा। मिली सी और मुफ्ती बशर नु मिले। जाओ चैलेंज करना। ओ तू मुफ्ती है ही नहींगा, तू जाहला दा बाप आ, मुफ्ती है। गाला कड्डो ना मैनू, गाला कड्डो। मेरी अर्ज सुन, मेरी अर्ज सुन, मैं सिर्फ तेनू इस करके फोन कीता सी भी तू ना सच्चाई दे उत्ते ते सुलझी हुई गल करया कर। सच्चाई केड़ी चीज दा नाम रखया, यानी मिर्जे दी किताबां नाम पेश करिए ते ओदा सच्चाई है। सच्चाई केड़ी चीज दा नाम है, केड़ी बला दा नाम सच्चाई रखिया जे, यानी मिर्जे दी किताबां ना पेश करिए उसदा नाम सच्चाई है। दसो कर ला गल, मतलब सच्चाई किस चीज दा है, सच्चाई दसो जरा यार, कर ला गल, कर ला गल। मेरी तू सुनदा ही नहीं कि मैं की करा। सच्चाई किनू कहंदे हो तुसीं? मैं की करा सच्चाई किनू कहंदे? सच्चाई किदा नाम रखिया जे? ਜਦੋਂ ਤੂੰ ਝੂਠੋ ਝੂਠ ਹੀ ਆਪਣੇ ਕੋਲੋਂ ਹੀ ਬਿਆਨ ਕਰ, यानी मिर्जे दी किताबां विचों कढ दईए। यार गल तो सुनेगा मतलब मिर्जे दी किताबां ना आइंदा तू मैं पेश करा गल सुनेगा तो तादे करे। यार दसो भी तो सही, बशर आइंदा तू मिर्जे दी किताबां पेश करे या ना करे? ओ तू 1000 वारी कर, तू 1000 वारी कर ओदी किताबां। ओ यार तू झूठ करदा, मैं गलत करदा, मैं तेनू सिर्फ गल सुन बशर, बशर अल्लाह पाक यार तेनू खुश रखे और हदायत दे। ठीक है फिर मैं नमाज पढ़ लवां, मैं तेरी गल तू सुन नहीं दिया। पढ़ो ये लाश नहीं पढ़नी जाए नमाज, देख ला फिर गलत बयानी, कालू दी पढ़नी है फिर गलत गल, गलत गल यार। किताबां लिया वेखो, मैं तुहाडे नाल लड़ पैना फिर हुणे तो आ किताबां चों कढ दिओ काला कालू ते फिर गलत गल, खुदा वे तुहाडा खुदा फिर गलत गल नहीं, खुदा फिर गलत गल। मैं तेरे को मेरी गल, मैं तेरे को इस चीज दी काला कालू या लाश ए तुहाडे खुदा नहीं है? दसो। मैं सिर्फ मेरा खुदा हुआ जेड़ा आसमानां ते खुदा वा, जेड़ा तेरा भी खुदा वा मेरा ओ खुदा वा, जेड़ा तेरा भी खुदा वा, जेड़ा तेरा भी खुदा वा मेरा ही मेरा ओ खुदा वा जेड़ा हजरत मोहम्मद सल्लल्लाहु अलैहि वसल्लम दा खुदा सी। किताबां खोला यार ना झूठ बोल, मैं तेरे को एंड दी एंड कहना सी, एंड दी नहीं ਜਦੋਂ ਮੈਂ ਮਿਰਜ਼ੇ ਦੀਆਂ ਕਿਤਾਬਾਂ ਖੋਲਣੀਆਂ ਨੇ। मेरा वो खुदा वा जेड़ा हजरत मोहम्मद सल्लल्लाहु अलैहि वसल्लम दा खुदा सी। ए मैं खोल लईयां, समझी गल, मेरा वो खुदा वा। रूहानी खजाइन जिल्द 17। तू झूठ बोलदा, तू सारा झूठ बोलदा, तू मुबशर सारा झूठ बोलदा, तू सारा झूठ बोलदा, तू टोटल झूठ बोलदा, तू टोटल झूठ बोलदा, तू किसी दी गल नहीं सुनदा, तू टोटल झूठ बोलदा वा, टोटल झूठ बोलदा, तू टोटल झूठ बोलदा, टोटल। मेरी अर्ज सुन, मेरी अर्ज सुन, मेरी अर्ज सुन, मेरी अर्ज सुन, मेरी गल तो सुन, मेरी गल सुन। तू मैनू नमाज पढ़न दा भी टाइम नहीं दिंदा। मैं तेनू ये कहना सी कि यार मैं तेनू सिर्फ फोन इस वास्ते कीता सी कि मुखालफत कर, लेकिन एडी गिरी हुई मुखालफत ना कर जेदे किताबां ना पढ़। और अपने वकार नू कायम रख के मुखालफत कर। चौधरी साहब अपने वकार नू कायम रख के मुखालफत कर, इन्नी गिरी हुई मुखालफत ना कर, इन्नी गिरी हुई मुखालफत ना कर। ते बाकी एंड दी एंड कि अगर मेरे को तेनू गलत लफज निकलिया तो भाई मैं ओदी इबादत कर। मिर्जे दी माजरत किदन आनी है जेड़ा ओ गाला करदा रहे। मैं गल सुन, अगर मेरे को कोई गलत लफज निकलिया तुहाडी दिलआजारी होई है भाई, मेरी गल सुन, मेरी गल सुन, मेरी गल सुन। अगर तेरी मेरी वजह तो दिलआजारी हुई है, को खुदा दा खौफ कर। मैं यार तो मिर्जे दी वजह तो हुई है ते हुन फिर मिर्जे दे पा दियो लानत। मैं अल्लाह माफी दे, अल्लाह माफी दे, मेरी जान भी कुर्बान आ, मेरी उस तो जान भी कुर्बान आ। मैं ओए यार वो गालां जिवें तू खादियां ना, जिवें तू खादियां गालां इवें उन्होंने गालां कड्डियां जे कड्डियां ते क्योंकि तू सताउंदा वा। मैं सिर्फ ये गल करन दिया वा कि अगर मेरे को तेरी कोई दिलआजारी हुई आ, समझ गए, तू जो भी कीता मैं तेनू माफ कीता, क्योंकि मैं ये गल करन दिया कि एंड दी एंड इंसान दी डेथ था, उत्थे जाके मुंह विखाउणा वा। उस नसीब ना होए भाई ना यार इस्तगफार ना इंज दी गुफ्तगू कर, ना इंज दी गुफ्तगू कर, और ना झूठ मारो। तू खुदा नू जान देनी है, ओ तू खुदा नू जान देनी है, मुबशर खुदा नू जान देनी है, मुबशर खुदा नू तू जान देनी है, ओ तू इस दुनिया नू जान नहीं देनी। ओ दोवें टकियां दी शोहरत वास्ते, 2 टके दी शोहरत वास्ते काम ना कर, झूठी शोहरत वास्ते काम ना कर। ओ खुदा नू जान देनी, उत्थे की मुंह विखावेगा?
हाँ। ਉੱਥੇ ਖੁਦਾ ਕੇ ਕੀ ਮੂੰਹ ਵਿਖਾਵੇਂਗਾ? ਤੇ ਮਿਰਜ਼ੇ ਨੇ ਕਿਹੜਾ ਮੂੰਹ ਬਣਾਇਆ ਉਹ ਤੇ ਦੱਸੋ ਨਾ। ਝੂਠੀ ਲੋਕਾਂ ਨੂੰ ਸ਼ੋਹਰਤ ਵਾਸਤੇ ਕੇ ਉਹ ਲੋਕਾਂ ਦੀਆਂ ਬੱਚੀਆਂ ਜ਼ਨਾਕਾਰੀਆਂ ਕਰ ਕਰਕੇ ਮਿਰਜ਼ਾ ਉਹ ਤੋਬਾ ਅਸਤਗਫਾਰੋ ਝੂਠੀ ਸ਼ੋਹਰਤ ਵਾਸਤੇ ਕੰਮ ਨਾ ਕਰ ਮੁਬਸ਼ਰ, ਝੂਠੀ ਸ਼ੋਹਰਤ ਵਾਸਤੇ, ਝੂਠੀ ਸ਼ੋਹਰਤ ਵਾਸਤੇ ਮੁਬਸ਼ਰ, ਝੂਠੀ ਸ਼ੋਹਰਤ ਵਾਸਤੇ ਕੰਮ ਨਾ ਕਰ। ਖੋਲਾ ਫਿਰ ਕਿਤਾਬਾਂ ਤੁਹਾਡੀਆਂ ਮੁਬਸ਼ਰ ਉਹ ਮੈਨੂੰ ਯਾਰ ਨਮਾਜ਼ ਪੜਨ ਦਊਂਗੇ ਕਿ ਨਹੀਂ? ਹੁਣ ਮਿਰਜ਼ਾ ਜ਼ਨਾ ਨਹੀਂ ਉਹ ਨਮਾਜ਼ ਪੜਨ ਦਊਂਗੇ ਕਿ ਨਹੀਂ? ਨਮਾਜ਼ ਪੜਨ ਦਊਂਗੇ ਕਿ ਨਹੀਂ? ਜਾਓ ਜੀ ਜਾਓ। ਤੇ ਹੁਣ ਫਿਰ ਕਿਦਨ ਕਾਲ ਕਰਨੀ ਹੈ? ਮੈਂ ਨਹੀਂ ਕਰਨੀ ਤੈਨੂੰ। ਮੈਂ ਤੂੰ ਤੇ ਯਾਰ ਗੱਲ ਹੀ ਨਹੀਂ ਸੁਣਦਾ। ਤੇਰੀ ਤੋਂ ਗੱਲ ਤਮੀਜ਼ ਵਾਲੀ ਹੈ ਹੀ ਕੋਈ ਨਹੀਂ। ਕੋਈ ਗੱਲ ਨਹੀਂ। ਓਕੇ ਅੱਲਾਹ ਹਾਫਿਜ਼। ਬੜੀ ਅਗਰ ਮੇਰੇ को गलती हुई तो मैंने माफ करना। देखो अल्लाह हाफिज जल्लाश हाफिज। ਵੇਖ ਲਾ ਯਾਰ ਤੂੰ ਐਸ ਤੋਂ ਮਿਰਜ਼ਾ ਨੇ ਗਾਲਾਂ ਕੱਢੀਆਂ ਸੀ, ਤੂੰ ਫਿਰ ਵੇਖ ਲਾ ਬਾਜ਼ ਨਹੀਂ ਆਉਂਦਾ। ਮੈਂ ਤੇਰੇ ਨਾਲ ਮਾਜ਼ਰਤ ਕਰਨ ਦਿਆਂ ਵਾ, ਉਹ ਮੈਂ ਤੇਰੇ ਨਾਲ ਮਾਜ਼ਰਤ ਕਰਨ ਦਿਆਂ। ਜੱਲਾਸ਼ ਹੈ ਮੇਰਾ ਖੁਦਾ ਤੇ ਮੈਂ ਤਾਂ ਕਿਹਾ ਵੇ ਤੂੰ ਜੱਲਾਸ਼ ਹਾਫਿਜ਼ ਕਹੋ ਨਾ। ਮੇਰਾ ਉਹ ਖੁਦਾ ਵਾ ਜਿਹੜਾ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਦਾ ਖੁਦਾ। और ते रूहानी खज़ैन जिल्द 17 सफ़ा 203 ते और यार तू ना झूठ बोल, और ना झूठ बोल, और ना झूठ बोल मुबशर, ना झूठ बोलो। झूठी शोहरत वास्ते ना झूठ बोल। सारे लोग ना झूठी शोहरत वास्ते झूठ बोल मुबशर। झूठी शोहरत ना कर मुबशर, झूठी शोहरत वास्ते ना झूठ बोल। ना झूठ बोल, झूठी शोहरत वास्ते ना झूठ बोल। को खुदा दा खौफ कर यार। ठीक है रब रखा। ओके अगर मेरे को कोई गलती होगी तो माजरत ख्वाहिश। ओके अल्लाह। क्या इन फितनों को देखकर आपका दिल नहीं टूटता? क्या आप दुख नहीं महसूस करते कि उम्मते मुसलमान, उम्मते मुहम्मदिया कितनी दूर जा रही है और ये फितने सर उठा रहे हैं और इन फितनों के अंदर ये उम्मते मुसलमान गिर रही है। हम एक जामिया बना रहे हैं, जामिया खत्म नबूवत, जिसके अंदर तकाबले अदियान और मज़ाहब की तालीम दी जाएगी। नौ मुस्लिमीन को दावत दी जाएगी कि वो आके हमारे पास पढ़ें, जहाँ पर लड़कों को भी तालीम दी जाएगी और लड़कियों को भी तालीम दी जाएगी। ऐसे उलमा और स्कॉलर तैयार किए जाएंगे कि जो गैर मुसलमानों के उठाए गए एतराज़ात के जवाब दे सकेंगे। जामिया खत्म नबूवत की अराजी खरीदनी है वो, और 2 कनाल जगह जनाब आप की मुंतजिर है और मुखय्यर हजरात की मुंतजिर है कि मुखय्यर हजरात तवज्जो फरमाएं और कम अज कम ये जगह सबसे पहले हम खरीद लें, इसके बाद उसकी तमीरात के मराहल होंगे। तो अभी ये ज़कात निकालने के अयाम है, रजब, शबान और रमज़ान। तो दोस्तों से गुजारिश है कि अपनी ज़कातें कम अज़ कम जो हैं ये जामिया खत्म नबूवत को दें। ये तो ज़कात तो आपके ऊपर फ़र्ज़ है, आपने निकालनी ही निकालनी है। अपने रिज़्क़े हलाल में से भी आप निकाल के ये जामिया की जो अराज़ी हमने खरीदने की कोशिश की है और ऐलान किया है, इसके अंदर हमारी मदद करें। अल्लाह हज़रत फाज़िल बरेलवी ने अपना 10 नकाती एजेंडा पेश किया था, जिसके अंदर सबसे पहले ही उन्होंने चीज ये रखी कि ऐसे अजीमुशान मदारस खोलो कि जो उम्मत मुसलमान के अकायद और नजरियात की हिफाजत कर सकें। तो अल्लाह हज़रत फाज़िल बरेलवी के इस ख्वाब को आप लोगों ने पूरा करना है और जामिया खत्म नबूवत बनना चाहिए। और इसके बनाने के अंदर मुखय्यर हज़रात से मैं अपील करता हूँ कि इसकी तरफ तवज्जो फरमाएं और कम अज़ कम ये जगह पहले ले लें, इसके बाद तमीरात की कैंपेन हम चलाएंगे। इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं।